ਵਾਹਿਗੁਰੂ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਵਾਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਚੱਕਰ ਚਿਹ ਨਿਆਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹਿ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਮਨ ਤ੍ਰਿਣ ਕਹਿਤ। ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖ ਕੰਦ। ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਸਾਹਿਬ ਜੀ। ਸਤ ਸदैव ਸਰੂਪ ਸਤ ਬ੍ਰਤ ਆਦ ਅਨਾਦ ਅਗਾਧ ਅਜੈ ਹੈ। ਦਾਨ ਦਇਆ ਦਮ ਸੰਜਮ ਨੇਮ ਜਤ ਬ੍ਰਤ ਸੀਲ ਸੁਬ੍ਰਿਤ ਅਬੈ ਹੈ। ਆਦ ਅਨੀਲ ਅਨਾਦ ਅਨਾਹਦ ਆਪ ਅਦਵੈਤ ਅਭੇਖ ਅਭੈ ਹੈ। ਰੂਪ ਰੂਪ ਅਰੇਖ ਜਰਾਰਦਨ ਦੀਨ ਦਇਆਲ ਕਿਰਪਾਲ ਭਏ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ ਔਰ ਸਜੇ ਹੋਏ ਦੀਵਾਨਾਂ ਵਿੱਚ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਗੁਰਬਾਣੀ ਦੇ ਕੀਰਤਨ ਹੋਏ ਹਨ। ਗੁਰਮੁਖ ਪਿਆਰੇ ਗੁਰਸਿੱਖਾਂ ਤੋਂ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਵੱਡੀ ਵਡਿਆਈ ਪ੍ਰਗਟ ਭਈ। ਸਗਲੇ ਯੁਗ ਅੰਤਰ ਗੁਰੂ ਨਾਨਕ ਦੀ ਵਡਿਆਈ ਗੁਰੂ ਨਾਨਕ ਪਾਤਸ਼ਾਹ ਦੀ ਸੋਭਾ ਸੰਗਤਾਂ ਨੇ ਸਰਵਣ ਕੀਤੀ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਬੜੀ ਬਖਸ਼ਿਸ਼ ਕਿਰਪਾ ਹੋ ਰਹੀ ਹੈ। ਸਮੂਹ ਸੰਗਤਾਂ ਬੜੇ ਪਿਆਰ ਨਾਲ ਦਸਵੇਂ ਪਾਤਸ਼ਾਹ ਕਲਗੀਧਰ ਦੇ ਉਚਾਰਨ ਕੀਤੇ ਹੋਏ ਸਵਈਆਂ ਦੀ ਕਥਾ ਸਰਵਣ ਕਰ ਰਹੀਆਂ। ਇਹਨਾਂ ਸਵਈਆਂ ਵਿੱਚ ਮਹਾਰਾਜ ਨੇ ਪ੍ਰਭੂ ਪਿਆਰ ਦੀ ਮਹਿਮਾ ਦੱਸੀ ਹੈ। ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਮੈਂ ਡੰਕੇ ਦੀ ਚੋਟ ਤੇ ਕਹਿਣਾ, ਸੱਚ ਕਹਿਣਾ, ਇਸ ਦੁਨੀਆ ਦਾ ਕੋਈ ਵੀ ਇਨਸਾਨ ਪ੍ਰਭੂ ਨਾਲ ਪਿਆਰ ਕਰ ਲਵੇ, ਉਸ ਰੱਬ ਦਾ ਸੱਚਾ ਆਸ਼ਿਕ ਬਣ ਜਾਵੇ,
ਉਸ ਨੂੰ ਪਰਮਾਤਮਾ ਦੀ ਵਾਹਿਗੁਰੂ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਉਸ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਉਹ ਪਰਮੇਸ਼ਰ ਜੁਗਾਂ ਜੁਗਾਂ ਤੋਂ ਪਿਆਰ ਕਰਦਾ ਆ ਰਿਹਾ ਹੈ। ਇਹ ਕੋਈ ਸ਼ਰਤ ਨਹੀਂ ਕਿ ਰੱਬ ਨਾਲ ਪਿਆਰ ਕਰਨ ਵਾਲਾ ਕੋਈ ਅਮੀਰ ਹੋਵੇ ਜਾਂ ਗਰੀਬ ਹੋਵੇ, ਹਿੰਦੂ ਹੋਵੇ ਜਾਂ ਮੁਸਲਮਾਨ ਹੋਵੇ। ਰੱਬ ਨਾਲ ਪਿਆਰ ਕਰਨ ਵਾਲਾ ਬ੍ਰਾਹਮਣ ਹੋਵੇ, ਖੱਤਰੀ ਵੈਸ਼ ਸ਼ੂਦਰ ਹੋਵੇ, ਰੱਬ ਨਾਲ ਪਿਆਰ ਕਰਨ ਵਾਲਾ ਹਿੰਦੁਸਤਾਨੀ ਹੋਵੇ ਭਾਵੇਂ ਪਾਕਿਸਤਾਨੀ ਹੋਵੇ, ਦੇਸ਼ ਦਾ, ਜਾਤੀ ਦਾ, ਧਰਮ ਦਾ, ਮਜ਼ਹਬ ਦਾ ਕੋਈ ਰਿੜਕਾ ਨਹੀਂ। ਪ੍ਰੇਮ ਕਰਨ ਵਾਲਾ ਉਸ ਰੱਬ ਨੂੰ, ਵਾਹਿਗੁਰੂ ਨੂੰ, ਪਰਮਾਤਮਾ ਨੂੰ ਪਾ ਹੀ ਲੈਂਦਾ ਹੈ। ਕੀਰਤਪੁਰ ਸਾਹਿਬ ਪੰਜਾਬ ਦੇ ਵਿੱਚ ਗੁਰੂ ਦੀ ਪਾਵਨ ਨਗਰੀ ਹੈ, ਜਿਹੜੀ ਨਗਰੀ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾ ਕੇ ਸਾਈਂ ਬੁੱਢਣ ਸ਼ਾਹ ਜੀ ਦਾ ਦੁੱਧ ਪ੍ਰਵਾਨ ਕੀਤਾ ਸੀ ਤੇ ਬਚਨ ਕੀਤਾ ਸੀ, 6ਵੇਂ ਜਾਮੇ 'ਚ ਤੁਹਾਡਾ ਇਹ ਦੁੱਧ ਪੀਵਾਂਗੇ। ਮੁਸਲਮਾਨ ਫਕੀਰ ਨੇ ਆਖਿਆ ਸੀ, ਮਹਾਰਾਜ ਤੁਹਾਡੇ 6ਵੇਂ ਜਾਮੇ ਤੱਕ ਮੈਂ ਇੱਥੇ ਜਿੰਦਾ ਰਵਾਂਗਾ। ਮਹਾਰਾਜ ਨੇ ਆਖਿਆ 6ਵੇਂ ਜਾਮੇ ਤੱਕ ਤੁਸੀਂ ਜਿੰਦਾ ਵੀ ਰਹੋਗੇ ਔਰ ਸਾਨੂੰ ਦੁੱਧ ਵੀ ਪਿਆਓਗੇ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀਆਂ ਪੀਰੀਆਂ ਦੇ ਮਾਲਕ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਬਾਬਾ ਜੀ ਵੱਡੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਉਹਨਾਂ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਈਂ ਬੁੱਢਣ ਸ਼ਾਹ ਕੋਲ ਆਏ, ਦੁੱਧ ਪੀਤਾ, ਉੱਥੇ ਨਗਰੀ ਵਸਾਈ ਕੀਰਤਪੁਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਆਪਣੇ ਜੀਵਨ ਦੇ ਅਖੀਰਲੇ 10 ਸਾਲ ਉੱਥੇ ਹੀ ਸਮਾਂ ਗੁਜ਼ਾਰਿਆ ਹੈ। ਜੋਤੀ ਜੋਤ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਸਮਾਏ ਨੇ। ਉਸੇ ਨਗਰ ਦੇ ਵਿੱਚ 17 ਸਾਲ ਸ੍ਰੀ ਗੁਰੂ ਹਰਿਰਾਏ ਸਾਹਿਬ ਗੁਰਿਆਈ ਕੀਤੀ ਹੈ। ਸੰਨ 1634 ਤੋਂ ਲੈ ਕੇ 1662 ਤੱਕ ਲਗਭਗ 30-32 ਸਾਲ 28 ਸਾਲ ਇਹ ਜਿਹੜਾ ਸਮਾਂ ਬਣਦਾ ਹੈ, ਇਹ ਸਮਾਂ ਸਤਿਗੁਰੂ ਜੀ ਕੀਰਤਪੁਰ ਸਾਹਿਬ ਰਹੇ 6ਵੇਂ ਔਰ 7ਵੇਂ ਪਾਤਸ਼ਾਹ। ਇੱਥੇ ਇੱਕ ਮਾਈ ਬਿਰਧ ਅਵਸਥਾ ਦੇ ਵਿੱਚ, ਜਿਹਦੇ ਘਰ ਕਹਿੰਦੇ ਖਾਣ ਨੂੰ ਆਟਾ ਨਹੀਂ ਸੀ, ਪਹਿਨਣ ਨੂੰ ਕੱਪੜਾ ਨਹੀਂ ਸੀ, ਬਹੁਤ ਗਰੀਬ ਸੀ। ਔਰ ਉਸ ਗਰੀਬ ਬਿਰਧਾ ਮਾਈ ਨੂੰ ਮਨ ਦੇ ਵਿੱਚ ਚਾਹ ਪੈਦਾ ਹੋਇਆ, ਸ਼ਰਧਾ ਪੈਦਾ ਹੋਈ ਕਿ ਮੈਂ ਆਪਣੇ ਹੱਥੀਂ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ। ਗੁਰੂ ਹਰਿਰਾਏ ਸਾਹਿਬ ਜੀ ਨੂੰ ਉਦਮ ਕੀਤਾ। ਦੂਸਰੇ ਲੋਕਾਂ ਦੇ ਘਰ ਭਾਂਡੇ ਮਾਂਜਦੀ ਸੀ, ਲੋਕਾਂ ਦੇ ਕੱਪੜੇ ਧੋਣੇ, ਝਾੜੂ ਪੋਚਾ ਕਰਨਾ। ਬਹੁਤ ਗਰੀਬੀ ਸੀ ਘਰ ਦੇ ਵਿੱਚ। ਮਿਹਨਤ ਮਜ਼ਦੂਰੀ ਕਰਕੇ ਉਸ ਮਾਈ ਨੇ ਇੰਨੇ ਕੁ ਪੈਸੇ ਕਮਾ ਲਏ ਵੀ 2 ਰੋਟੀਆਂ ਜੋਗਾ ਆਟਾ ਆ ਸਕੇ। 2 ਰੋਟੀਆਂ ਦਾ ਆਟਾ, ਥੋੜਾ ਜਿਹਾ ਥਿੰਦਾ ਘਿਓ ਲਿਆ ਕੇ 2 ਪ੍ਰਸ਼ਾਦੇ ਬਣਾਏ, ਘਿਓ ਦੇ ਨਾਲ ਚੋਪੜ ਕੇ। ਦਾਲ ਸਬਜ਼ੀ ਕੋਈ ਬਣੀ ਕੋਈ ਨਹੀਂ ਮਾਈ ਕੋਲੋਂ, ਤੇ ਲੂਣ ਲੈ ਕੇ ਨਾ ਥੋੜਾ ਜਿਹਾ ਪ੍ਰਸ਼ਾਦਿਆਂ ਨੂੰ ਨਮਕ ਲਾ ਕੇ ਤੇ ਤੁਰ ਪਈ ਵੀ ਚਲੋ ਗਰੀਬ ਦਾਵੇ ਦਾ ਪ੍ਰਸ਼ਾਦਾ ਹੈ, ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛਕਾ ਦੇ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਵੱਲ ਪ੍ਰਸ਼ਾਦੇ ਲੈ ਕੇ ਤੁਰੀ, ਦੁਪਹਿਰ ਢਲ ਗਈ ਸੀ। ਸਤਿਗੁਰੂ ਹਰਿਰਾਏ ਸਾਹਿਬ 2200 ਘੋੜ ਸਵਾਰਾਂ ਨੂੰ ਲੈ ਕੇ, ਨਿਸ਼ਾਨ ਨਗਾਰੇ ਲੈ ਕੇ ਬੜੀ ਸ਼ਾਨ ਦੇ ਨਾਲ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਨੂੰ ਨਿਕਲੇ। ਸਤਿਗੁਰੂ ਜਦੋਂ ਸ਼ਿਕਾਰ ਨੂੰ ਨਿਕਲੇ ਤੇ ਮਾਈ ਦੀ ਨਿਗਾਹ ਪਈ ਵੀ ਜਿਹੜੀ ਗਲੀ 'ਚ ਮਾਈ ਖੜੀ ਸੀ, ਜਾ ਰਹੀ ਸੀ, ਉਸੇ ਗਲੀ 'ਚ ਗੁਰੂ ਸਾਹਿਬ ਆ ਰਹੇ ਸਨ। 7ਵੇਂ ਪਾਤਸ਼ਾਹ ਮਨ 'ਚ ਸੋਚਣ ਲੱਗ ਪਈ, ਉਦਾਸ ਹੋ ਗਈ, ਨਮੋਸ਼ੀ ਆ ਗਈ। ਮੈਂ ਅਭਾਗਣ ਹਾਂ, ਮੇਰੇ ਕਰਮ ਮਾੜੇ ਹਨ, ਮੈਂ ਗਰੀਬਣੀ ਗੁਰੂ ਸਾਹਿਬ ਨੂੰ 2 ਪ੍ਰਸ਼ਾਦੇ ਵੀ ਨਹੀਂ ਛਕਾ ਸਕਦੀ।
ਜੇ ਕਿਤੇ ਬੈਠੇ ਹੁੰਦੇ ਮਹਾਰਾਜ ਦੀਵਾਨ ਵਿੱਚ ਜਾਂ ਘਰ ਵਿੱਚ ਤੇ ਜਾ ਕੇ ਕਹਿ ਦੇਣਾ ਸੀ ਮਹਾਰਾਜ ਆ ਗਰੀਬਣੀ ਦੀ ਭੇਟਾ 2 ਪ੍ਰਸ਼ਾਦੇ ਛਕ ਲਓ। ਮਹਾਰਾਜ ਤਾਂ ਚੜ੍ਹ ਕੇ ਘੋੜੇ ਤੇ ਚੱਲੇ ਨੇ, ਹੁਣ ਇਹਨਾਂ ਨੂੰ ਮੈਂ ਪ੍ਰਸ਼ਾਦੇ ਕਿਵੇਂ ਛਕਾਵਾਂਗੀ। ਉਹ ਬਿਰਧਾ, ਉਹ ਗਰੀਬਣੀ, ਉਹ ਸ਼ਰਧਾਲੂ ਮਾਈ ਘੋੜੇ ਤੇ ਚੜ੍ਹੇ ਹੋਏ ਸਤਿਗੁਰਾਂ ਦਾ ਜਾਹੋ ਜਲਾਲ ਵੇਖ ਕੇ ਗਲੀ ਦੇ ਇੱਕ ਖੁੰਝੇ 'ਚ ਲੱਗ ਗਈ। ਆਪਣੀ ਕਿਸਮਤ ਨੂੰ ਕੋਸਣ ਲੱਗ ਪਈ ਕਿ ਮੇਰੀ ਕਿਸਮਤ 'ਚ ਗੁਰੂ ਦੀ ਸੇਵਾ ਨਹੀਂ। ਮਹਾਰਾਜ ਉਸੇ ਤਰ੍ਹਾਂ ਘੋੜੇ ਤੇ ਚੜ੍ਹੇ ਗਲੀ ਦੇ ਵਿੱਚ ਤੁਰੇ ਜਾਂਦੇ ਨੇ। ਨਾਲ 2200 ਫੌਜ ਹੈ ਗੁਰੂ ਦੀ, ਨਗਾਰੇ ਵੱਜ ਰਹੇ ਨੇ, ਨਿਸ਼ਾਨ ਸਾਹਿਬ ਝੂਲ ਰਹੇ ਨੇ, ਸ਼ਾਹੀ ਠਾਠ ਹੈ ਪਾਤਸ਼ਾਹ ਦੇ ਪਾਤਸ਼ਾਹ ਦਾ। ਜਦੋਂ ਮਾਈ ਦੇ ਬਰਾਬਰ ਆਏ ਘੋੜੇ ਦੀਆਂ ਵਾਗਾਂ ਖਿੱਚ ਲਈਆਂ, ਘੋੜਾ ਰੋਕ ਲਿਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਲਿਖਿਆ ਹੈ, ਫੇਰ ਤੁਰੰਗ ਨਿਕਟ ਤੇ ਸਗਮ ਨੇ। ਤੁਰੰਗ ਕਹਿੰਦੇ ਨੇ ਘੋੜੇ ਨੂੰ। ਘੋੜਾ ਮੋੜ ਕੇ ਮਾਈ ਦੇ ਕੋਲ ਚਲੇ ਗਏ ਸਤਿਗੁਰੂ ਹਰਿ ਰਾਏ ਸਾਹਿਬ। ਫੇਰ ਤੁਰੰਗ ਨਿਕਟ ਤੇ ਸਗਮ ਨੇ, ਅੰਤਰ ਜਾਮੀ ਕਰਿਓ ਉਚਾਰ। ਤੇ ਅੰਤਰ ਜਾਮੀ ਪਾਤਸ਼ਾਹ ਬੋਲੇ, ਹਮਕੋ ਛੁਦਾ ਲਗੀ ਤੇ ਓ ਮਾਈ, ਤਿਆਰ ਆਹਾਰ ਜੋ ਤੈ ਕਰ ਧਾਰ। ਮਾਈ ਸਾਨੂੰ ਬੜੀ ਭੁੱਖ ਲੱਗੀ ਹੈ, ਤੇਰੇ ਹੱਥ ਜੋ ਰੋਟੀ ਪ੍ਰਸ਼ਾਦਾ ਸਾਨੂੰ ਦੇ ਦੇ, ਅਸੀਂ ਖਾ ਲਈਏ। ਉਹ ਮਾਈ ਬਿਸਮਾਦ ਵਿੱਚ ਆ ਗਈ ਕੰਬਦੇ ਹੱਥਾਂ ਨਾਲ। ਇੱਕ ਰੁਮਾਲ ਵਿੱਚ 2 ਰੋਟੀਆਂ ਲਪੇਟੀਆਂ ਸੀ, ਅੱਗੇ ਕੀਤੀਆਂ। ਘੋੜੇ ਤੇ ਚੜ੍ਹੇ ਪਾਤਸ਼ਾਹ ਪ੍ਰਸ਼ਾਦੇ ਲੈ ਕੇ ਹੱਥ ਵੀ ਨਹੀਂ ਧੋਏ ਤੇ ਉਸੇ ਤਰ੍ਹਾਂ ਹੀ ਛਕਣ ਲੱਗ ਪਏ। ਘੋੜੇ ਤੇ ਚੜ੍ਹਿਆਂ ਨੇ 2 ਪ੍ਰਸ਼ਾਦੇ ਛਕ ਕੇ ਬੜੇ ਆਨੰਦ ਬੜੇ ਸਵਾਦ ਨਾਲ ਮਾਈ ਵੱਲ ਮਿਹਰ ਦੀ ਦ੍ਰਿਸ਼ਟੀ ਪਾਈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜਿਨ ਕਉ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ। ਘੋੜਾ ਤੋਰ ਕੇ ਸ਼ਿਕਾਰ ਖੇਡਣ ਚਲੇ ਗਏ। ਨਾਲ ਜਿਹੜੇ ਸਿੱਖ ਸਨ, ਸੇਵਾਦਾਰ ਸਨ, ਗੁਰੂ ਦੀ ਫੌਜ ਸੀ, ਸ਼ਸਤਰਧਾਰੀ ਜਵਾਨ ਘੋੜਸਵਾਰ, ਸਾਰੇ ਹੈਰਾਨ ਹੋ ਗਏ। ਉਹਨਾਂ ਦੇ ਮਨ ਵਿੱਚ ਖਿਆਲ ਆ ਗਿਆ ਕਿ ਗੁਰੂ ਸਾਹਿਬ ਘੋੜੇ ਤੇ ਚੜ੍ਹਦੇ ਨੇ, ਘੋੜੇ ਤੇ ਚੜ੍ਹਦਿਆਂ ਭੁੱਖ ਲੱਗ ਜਾਂਦੀ ਹੈ। ਜਿਨ੍ਹਾਂ ਨੂੰ ਘੋੜੇ ਚੜ੍ਹਨ ਦਾ ਤਜਰਬਾ ਅਭਿਆਸ ਹੈ, ਉਹਨਾਂ ਨੂੰ ਪਤਾ ਹੈ ਵੀ ਘੋੜੇ ਤੇ ਭੁੱਖ ਛੇਤੀ ਲੱਗਦੀ, ਹਾਜ਼ਮਾ ਤੇਜ਼ ਹੋ ਜਾਂਦਾ। ਘੋੜਸਵਾਰਾਂ ਨੂੰ ਥੋੜੇ ਸਮੇਂ ਬਾਅਦ ਕੁਝ ਨਾ ਕੁਝ ਖਾਣਾ ਵੀ ਪੈਂਦਾ। ਤੇ ਗੁਰੂ ਸਾਹਿਬ ਜਵਾਨੀ ਦੀ ਉਮਰ ਹੈ, ਇੱਕ ਜਵਾਨੀ ਦੀ ਉਮਰ ਹੋਵੇ, ਇੱਕ ਘੋੜਸਵਾਰੀ ਹੋਵੇ ਜਾਂ ਸਿਆਲ ਦੇ ਦਿਨ ਹੋਣ, ਭੁੱਖ ਵੱਧਦੀ ਹੈ। ਇਹ ਵਿਦਵਾਨਾਂ ਨੇ ਕਥਨ ਕੀਤਾ ਹੈ, ਬਹੁਤ ਕੁਝ ਗ੍ਰੰਥਾਂ 'ਚ ਲਿਖਿਆ ਹੋਇਆ। ਇੱਕ ਗੁਰੂ ਸਾਹਿਬ ਦੀ ਉਮਰ ਜਵਾਨੀ ਦੀ ਹੈ। ਸਾਧ ਸੰਗਤ ਜੀ, ਗੁਰੂ ਹਰਿਰਾਏ ਸਾਹਿਬ ਦੀ ਸਾਰੀ ਉਮਰ 31 ਸਾਲ ਹੋਈ ਹੈ। 31 ਸਾਲ ਦੀ ਉਮਰ 'ਚ ਮਹਾਰਾਜ ਸੱਚਖੰਡ ਚਲੇ ਗਏ। 14 ਸਾਲ ਦੀ ਉਮਰ 'ਚ ਗੁਰਤਾ ਗੱਦੀ ਤੇ ਬਿਰਾਜੇ। 17 ਸਾਲ ਗੁਰਿਆਈ ਗੱਦੀ ਨੂੰ ਸੁਸ਼ੋਭਿਤ ਕੀਤਾ। 31 ਸਾਲ ਦੀ ਉਮਰ ਵਿੱਚ ਸੱਚਖੰਡ ਪਿਆਨਾ ਕੀਤਾ। ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦੀ ਉਮਰ ਜਵਾਨੀ ਦੀ ਜਾਣ ਕੇ ਤੇ ਘੋੜਸਵਾਰੀ ਦਾ ਸਤਿਗੁਰਾਂ ਦਾ ਅਭਿਆਸ ਜਾਣ ਕੇ ਸਿੱਖਾਂ ਨੇ ਆਖਿਆ, ਆਪਾਂ ਨਾ ਗੁਰੂ ਸਾਹਿਬ ਦੇ ਵਾਸਤੇ ਵਧੀਆ ਲੰਗਰ ਬਣਾ ਕੇ ਨਾਲ ਲੈ ਚੱਲਣਾ ਕੱਲ ਨੂੰ। ਸਾਡੇ ਹੁੰਦਿਆਂ ਸਾਡਾ ਗੁਰੂ ਕਿਸੇ ਮਾਈ ਕੋਲੋਂ ਰੋਟੀਆਂ ਮੰਗੇ, ਉਸ ਮਾਈ ਨੇ ਪਤਾ ਨਹੀਂ ਇਸ਼ਨਾਨ ਕੀਤਾ ਸੀ ਕਿ ਨਹੀਂ, ਹੱਥ ਧੋਏ ਸੀ ਕਿ ਨਹੀਂ। ਪਾਤਸ਼ਾਹ ਐਡੇ ਦੀਨ ਦੁਨੀਆ ਦੇ ਮਾਲਕ ਨੇ, ਉਹਨਾਂ ਨੂੰ ਰੋਟੀ ਮੰਗਣੀ ਪੈ ਗਈ ਹੈ। ਸਿੱਖਾਂ ਨੇ ਆਪਣੀ ਬਿਰਤੀ ਨਾਲ ਅੰਦਾਜ਼ਾ ਲਾ ਲਿਆ। ਅਗਲੇ ਦਿਨ ਕਿਸੇ ਨੇ ਖੀਰ ਕੜਾ, ਕਿਸੇ ਨੇ ਪੂੜੀਆਂ, ਵਧੀਆ ਦਾਲਾਂ ਸਬਜ਼ੀਆਂ, ਪ੍ਰਸ਼ਾਦੇ ਤੇ ਸਲਾਦ ਵਗੈਰਾ ਤੇ ਗੜਵੇ ਬਾਟੇ ਨਾਲ ਘੋੜਿਆਂ ਤੇ ਚੜ੍ਹ ਕੇ ਜਦੋਂ ਤੁਰੇ ਨਾ,
ਉਹ ਜਿੱਥੇ ਕਿ ਜਿਹੜੇ ਕਿ ਬਾਜ਼ਾਰ 'ਚ ਗੁਰੂ ਸਾਹਿਬ ਨੇ ਮਾਈ ਤੋਂ ਰੋਟੀ ਮੰਗੀ ਸੀ, ਉੱਥੇ ਮਹਾਰਾਜ ਦਾ ਘੋੜਾ ਘੇਰ ਲਿਆ। ਅੱਗੋਂ ਦੀ ਹੋ ਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕ ਲਓ। ਲਓ ਮਹਾਰਾਜ ਹੱਥ ਧੋਵੋ, ਮਹਾਰਾਜ ਆ ਲੰਗਰ ਛਕੋ। ਸਤਿਗੁਰੂ ਘੋੜੇ ਤੇ ਚੜੇ ਉਹਨਾਂ ਸਿੱਖਾਂ ਵੱਲ ਵੇਖ ਕੇ ਹੈਰਾਨ ਹੋ ਗਏ ਤੇ ਹੈਰਾਨੀ ਜੀ ਦੇ ਨਾਲ ਮੁਸਕਰਾ ਕੇ ਹੱਸ ਕੇ ਬੋਲੇ, ਸੁਨ ਸਤਿਗੁਰ ਹਰ ਖਾਏ ਬਖਾਨਿਓ। ਹਰ ਖਾਏ ਮੈਨੇ ਮੁਸਕਰਾ ਕੇ ਖੁਸ਼ ਹੋ ਕੇ ਸਮਝ ਗਏ ਭੋਲਿਆਂ ਸਿੱਖਾਂ ਦੀ ਗੱਲ ਤੇ ਹਜੂਰ ਬੋਲੇ, ਬੇਮਰਯਾਦ ਆਹਾਰ ਤਿਆਰ। ਮਹਾਰਾਜ ਕਹਿੰਦੇ ਬਿਨਾਂ ਮਰਿਆਦਾ ਦੇ, ਬਿਨਾਂ ਪਵਿੱਤਰਤਾ ਦੇ, ਬਿਨਾਂ ਸੋਚਦੇ ਚਰੇ ਜਾਤ ਅਬ ਘੋੜੇ ਉੱਪਰ। ਅਸੀਂ ਘੋੜੇ ਤੇ ਚੜੇ ਜਾ ਰਹੇ ਹਾਂ। ਕੌਣ ਸਮੋ ਤੁਮ ਕਰਿਓ ਵਿਚਾਰ। ਤੁਸੀਂ ਸਾਡੀ ਰੋਟੀ ਦਾ ਕਿਹੜਾ ਟਾਈਮ ਨਿਯਤ ਕੀਤਾ? ਇਹ ਸਾਡੇ ਪ੍ਰਸ਼ਾਦੇ ਦਾ ਟਾਈਮ ਹੈ। ਸੁੱਚ ਜੁਤ ਹੋਏ ਪੁਨੀਤ ਅਸਨ ਜਬ। ਅਸਨ ਕਹਿੰਦੇ ਨੇ ਖਾਣਾ, ਸੁੱਚ ਕਹਿੰਦੇ ਪਵਿੱਤਰਤਾ ਦੇ ਨਾਲ। ਚੌਂਕੇ 'ਚ ਬਹਿ ਕੇ ਇਸ਼ਨਾਨ ਕਰਕੇ ਭਾਂਡੇ ਸਾਫ਼ ਸੁਥਰੇ ਹੋਣ, ਹੱਥ ਚੰਗੀ ਤਰ੍ਹਾਂ ਧੋਏ ਹੋਣ, ਵਧੀਆ ਤਰੀਕੇ ਨਾਲ ਬਹਿ ਕੇ ਰੋਟੀ ਖਾਈਦੀ ਹੈ ਕਿ ਘੋੜੇ ਤੇ ਬੈਠੇ ਰੋਟੀ ਖਾਈਦੀ ਹੈ? ਗੁਰੂ ਮਹਾਰਾਜ ਸਾਹਿਬ ਕਹਿੰਦੇ ਸੁੱਚ ਜੁਤ ਹੋਏ ਪੁਨੀਤ ਅਸਨ ਜਬ, ਉਚਿਤ ਅਚਨ ਕੇ ਤਬ ਨਿਰਧਾਰ। ਤੁਹਾਨੂੰ ਸਿਆਣੇ ਨੂੰ ਪਤਾ ਹੋਣਾ ਚਾਹੀਦਾ ਰੋਟੀ ਖਾਣ ਦੀ ਮਰਿਆਦਾ ਕੀ ਹੈ। ਘੋੜੇ ਤੇ ਪਰੇ ਕਰੋ ਰੋਟੀ। ਮਹਾਰਾਜ ਘੋੜਾ ਤੋਰ ਲਿਆ। ਉਹ ਸਿੱਖ ਹੈਰਾਨ ਹੋ ਗਏ। ਅਗਲੇ ਦਿਨ ਦੀਵਾਨ ਸਜਿਆ। ਉਹਨਾਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ਼ ਇੱਕ ਗੱਲ ਪੁੱਛਣੀ ਚਾਹੁੰਦੇ ਆ, ਸ਼ੰਕਾ ਹੈ। ਵਿਦਵਾਨਾਂ ਨੇ ਲਿਖਿਆ ਜੇ ਸਿੱਖ ਨੂੰ ਕਿਸੇ ਗੱਲ ਦਾ ਸ਼ੰਕਾ ਹੋਵੇ ਉਹਨੂੰ ਆਪਣੇ ਗੁਰੂ ਕੋਲੋਂ ਨਿਰਵਿਰਤ ਕਰਾ ਲੈਣਾ ਚਾਹੀਦਾ, ਔਰ ਸ਼ੰਕੇ ਨੂੰ ਬਹੁਤਾ ਚਿਰ ਆਪਣੇ ਅੰਦਰ ਨਹੀਂ ਰੱਖਣਾ ਚਾਹੀਦਾ। ਸ਼ੰਕਾ ਨਰਕਾਂ ਨੂੰ ਲੈ ਜਾਂਦਾ, ਔਰ ਗੁਰੂ ਤੇ ਤਾਂ ਸ਼ੰਕਾ ਕਰਨਾ ਹੀ ਨਹੀਂ ਚਾਹੀਦਾ। ਮਹਾਰਾਜ ਆਪ ਕਿਰਪਾ ਕਰਕੇ ਸਾਡੇ ਸ਼ੰਕੇ ਦੀ ਨਿਰਵਿਰਤੀ ਕਰੋ। ਸਤਿਗੁਰੂ ਕਹਿੰਦੇ ਪੁੱਛੋ ਭਾਈ। ਕਹਿੰਦੇ ਜੀ ਪੁੱਛਣਾ ਇਹ ਹੈ ਵੀ ਆਪ ਜੀ ਘੋੜੇ ਤੇ ਚੜੇ ਜਾ ਰਹੇ ਸੀ, ਬਾਜ਼ਾਰ ਦੇ ਵਿੱਚ ਇੱਕ ਖੁੰਝੇ ਮੈੜੇ ਜਿਹੇ ਕੱਪੜਿਆਂ ਵਾਲੀ ਮਾਈ ਖੜੀ ਸੀ। ਪਤਾ ਨਹੀਂ ਉਹ ਇਸ਼ਨਾਨ ਉਹਨੇ ਕੀਤਾ ਸੀ ਕਿ ਨਹੀਂ। ਉਹਦੇ ਕੱਪੜੇ ਦੱਸ ਰਹੇ ਸਨ, ਬੜੀ ਗਰੀਬਣੀ ਸੀ। ਉਹਦੇ ਹੱਥ ਵਿੱਚ 2 ਰੋਟੀਆਂ ਉਹਨੇ ਪਤਾ ਨਹੀਂ ਕਿਹਦੇ ਵਾਸਤੇ ਪਕਾਈਆਂ ਸੀ ਤੇ ਤੁਸੀਂ ਉਹਦੇ ਕੋਲ ਚਲੇ ਗਏ ਤੇ ਆਪ ਜੀ ਨੇ ਆਖਿਆ ਵੀ ਮੈਨੂੰ ਭੁੱਖ ਬੜੀ ਲੱਗੀ, ਮਾਈ ਰੋਟੀ ਦੇ ਦੇ। ਉਸ ਮਾਈ ਦੇ ਹੱਥ ਦੀ ਰੁੱਖੀ ਰੋਟੀ ਬਿਨਾਂ ਸਬਜ਼ੀ, ਬਿਨਾਂ ਦਾਲ, ਬਿਨਾਂ ਹੱਥ ਧੋਇਆ, ਬਿਨਾਂ ਪੈਰਾਂ 'ਚ ਜੁੱਤੀ ਲਾਇਆ, ਬਿਨਾਂ ਘੋੜੇ ਤੋਂ ਉਤਰਿਆ ਤੁਸੀਂ ਘੋੜੇ ਤੇ ਬੈਠੇ ਬੈਠੇ ਖਾ ਲਈ। ਅਸੀਂ ਸੋਚਿਆ ਗਰੀਬ ਨਵਾਜ਼ ਨੂੰ ਭੁੱਖ ਲੱਗ ਜਾਂਦੀ ਹੈ, ਵਧੀਆ ਭੋਜਨ ਬਣਾ ਕੇ ਲੈ ਗਏ ਤੇ ਸਾਡੇ ਬਣਾਏ ਹੋਏ ਪਵਿੱਤਰ ਸੁੱਚੇ ਭੋਜਨ ਨੂੰ ਤੁਸੀਂ ਕਹਿ ਦਿੱਤਾ ਵੀ ਇਹ ਮਰਿਆਦਾ ਦੇ ਉਲਟ ਹੈ। ਏਦਾਂ ਨਹੀਂ ਲੰਗਰ ਛਕੀਦਾ ਘੋੜੇ ਤੇ ਬੈਠੇ ਬੈਠੇ। ਮਹਾਰਾਜ ਸਾਨੂੰ ਸਮਝ ਨਹੀਂ ਆਈ ਕਿ ਮਾਈ ਦਾ ਲੰਗਰ ਘੋੜੇ ਤੇ ਬੈਠੇ ਬੈਠੇ ਕਿਉਂ ਖਾ ਲਿਆ ਜੇ ਸਾਡਾ ਲੰਗਰ ਨਹੀਂ ਸੀ ਖਾਣਾ। ਤੇ ਪਾਤਸ਼ਾਹ ਕਹਿਣ ਲੱਗੇ ਉਹ ਗੁਰਮੁਖੋ ਉਹ ਤਾਂ ਪ੍ਰੇਮ ਦੀ ਖੇਡ ਹੈ। ਜਿੱਥੇ ਪ੍ਰੇਮ ਹੁੰਦਾ ਉਥੇ ਨੇਮ ਨਹੀਂ ਹੁੰਦਾ। ਪ੍ਰੇਮ ਤਹਾਂ ਨੇਮ ਕੈਸੋ ਸੁੰਦਰ ਕਹਿਤ ਯਹ ਪ੍ਰੇਮ ਹੀ ਕੀ ਬਾਤ ਹੈ। ਸੁੰਦਰ ਬਿਲਾਸ ਦੇ ਲਿਖਾਰੀ ਸੰਤ ਸੁੰਦਰਦਾਸ ਜੀ ਬਹੁਤ ਵਿਦਵਾਨ ਹੋਏ ਨੇ। ਉਹ ਕਹਿੰਦੇ ਜਿੱਥੇ ਪ੍ਰੇਮ ਹੈ ਨਾ ਉਥੇ ਨੇਮ ਨਹੀਂ। ਪ੍ਰੇਮ ਦੀ ਖੇਡ ਪਰੇ ਹੈ, ਪਰ ਨੇਮ ਮਰਿਆਦਾ ਆਪਣੀ ਥਾਂ ਤੇ ਹੈ, ਜ਼ਰੂਰੀ ਹੈ। ਉਹ ਮਰਿਆਦਾ ਵੀ ਨਹੀਂ ਛੱਡਣੀ, ਅਸੀਂ ਮਰਿਆਦਾ ਦਾ ਵੀ ਉਲੰਘਣ ਨਹੀਂ ਕਰਨਾ। ਥਾਂ ਥਾਂ ਤੇ ਨਹੀਂ ਅਸੀਂ ਖਾਈ ਜਾਣਾ, ਪਰ ਉੱਥੇ ਪਿਆਰ ਸੀਗਾ। ਜਿੱਥੇ ਪਿਆਰ ਹੈ ਉੱਥੇ ਮਰਿਆਦਾ ਥੱਲੇ ਰਹਿ ਜਾਂਦੀ ਹੈ ਤੇ ਗੱਲ ਉੱਤੇ ਚਲੀ ਜਾਂਦੀ ਹੈ। ਸਤਿਗੁਰੂ ਨੇ ਆਪਣੇ ਪਿਆਰਿਆਂ ਨੂੰ ਇੰਨਾ ਪਿਆਰ ਕੀਤਾ ਕਿ ਉਹਨਾਂ ਦੇ ਹੱਥ ਦੀਆਂ ਰੋਟੀਆਂ ਰੁੱਖੀਆਂ ਵੀ ਬੜੇ ਆਨੰਦ ਨਾਲ ਖਾ ਲਈਆਂ। ਤੇ ਪਰ ਜਿੱਥੇ ਸਾਧ ਸੰਗਤ ਜੀ ਪਿਆਰ ਨਹੀਂ ਹੈ, ਵਿਖਾਵਾ ਹੀ ਹੈ,
ਉਥੇ ਸੱਚੇ ਪਾਤਸ਼ਾਹ ਰੀਝੇ ਨਹੀਂ ਹਨ। ਅੱਜ ਕਲਗੀਧਰ ਪਾਤਸ਼ਾਹ ਦੀ ਬਾਣੀ ਸੁਣ ਰਹੇ ਹੋ, ਗੁਰੂ ਕਲਗੀਧਰ ਨਾਲ ਪਿਆਰ ਪਾਓ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਡਾਕਟਰ ਬਹੁਤ ਸੁੰਦਰ ਬਚਨ ਲਿਖਦੇ ਨੇ। ਉਹ ਕਹਿੰਦੇ ਕਲਗੀਆਂ ਵਾਲੇ ਨਾਲ ਪਿਆਰ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਅਸੀਂ ਉਹਨਾਂ ਦੀ ਬਾਣੀ ਨੂੰ ਪਿਆਰ ਕਰੀਏ। ਇਹ ਭਾਈ ਵੀਰ ਸਿੰਘ ਦੀ ਵਰਡਿੰਗ ਹੈ, ਸੇਮ ਟੂ ਸੇਮ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਕਲਗੀਆਂ ਵਾਲੇ ਪਾਤਸ਼ਾਹ ਨਾਲ ਪਿਆਰ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਤੁਸੀਂ ਉਹਨਾਂ ਦੀ ਬਾਣੀ ਨਾਲ ਪਿਆਰ ਕਰੋ। ਜੇ ਇਹਨਾਂ ਦੀ ਬਾਣੀ ਨੂੰ ਪਿਆਰ ਕਰੋਗੇ, ਕਲਗੀਧਰ ਦੇ ਨਾਲ ਤੁਹਾਡਾ ਪਿਆਰ ਪੈ ਜਾਏਗਾ। ਅੱਜ ਕਲਗੀਧਰ ਦੇ ਵਿਚਾਰ ਦੇਖਣੇ ਨੇ, ਕਲਗੀਧਰ ਦੀ ਗੱਲ ਸੁਣਨੀ ਕਿੱਥੋਂ ਸੁਣੋਗੇ? ਉਹਨਾਂ ਦੀ ਬਾਣੀ 'ਚੋਂ ਹੀ। ਉਹਨਾਂ ਦੇ ਵਿਚਾਰ ਕੀ ਸਨ, ਉਹਨਾਂ ਦੀ ਥਿੰਕਿੰਗ ਕੀ ਸੀ, ਉਹਨਾਂ ਦੀ ਸੋਚ ਕੀ ਸੀ, ਇਹ ਤਾਂ ਗੁਰੂ ਕੀ ਬਾਣੀ ਦੱਸੇਗੀ। ਬਾਜਾਂ ਵਾਲਾ ਪਾਤਸ਼ਾਹ ਜਿਸ ਨੇ ਆਪਣਾ ਪਰਿਵਾਰ ਵਾਰ ਕੇ ਸਾਡੇ ਹਾਲ ਹੱਥ ਕੀਤਾ ਤੇ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਨੂੰ ਆਪਣਾ ਪੁੱਤਰ ਬਣਾਇਆ। ਅੱਜ ਅਸੀਂ ਉਸ ਬਾਜਾਂ ਵਾਲੇ ਪਾਤਸ਼ਾਹ ਦੀ ਬਾਣੀ ਛੱਡ ਦਿੱਤੀ, ਫਿਰ ਸਾਡਾ ਪਿਆਰ ਕਾਹਦਾ ਹੈ? ਪਿਆਰ ਕਲਗੀਧਰ ਪਿਤਾ ਮਹਾਰਾਜ ਦੀ ਬਾਣੀ ਨਾਲ ਕਰੀਏ। ਇਹ ਹਜੂਰ ਦਸਮ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸਵਈਏ ਸੁਣੋ। ਪਹਿਲਾ ਸਵਈਆ ਸੀ ਜਿਹੜਾ ਆਪਾਂ ਸੁਣਿਆ, ਰਾਤੀ ਜਾਗਤ ਜੋਤ ਜਪੈ ਨਿਸਬਾਸਰ। ਉਹ ਅਕਾਲ ਪੁਰਖ ਦੀ ਜਾਗਦੀ ਜੋਤ ਹਾਜ਼ਰਾ ਹਜੂਰ ਜਾਹਰਾ ਜਹੂਰ ਜਿਹੜੀ ਸਾਡੇ ਅੰਦਰ ਵਰਤ ਰਹੀ ਹੈ। ਆ ਸਾਰਾ ਸੰਸਾਰ ਉਹਦੀ ਜੋਤ ਦਾ ਪ੍ਰਕਾਸ਼ ਹੈ। ਜਿਹਦੀ ਜੋਤ ਸੂਰਜ ਵਿੱਚ ਹੈ, ਜਿਹਦੀ ਜੋਤ ਚੰਦਰਮਾ ਵਿੱਚ ਹੈ, ਜਿਹਦੀ ਜੋਤ ਤਾਰਿਆਂ ਵਿੱਚ ਹੈ, ਜਿਹਦੀ ਜੋਤ ਅਗਨੀ ਵਿੱਚ ਹੈ, ਜਿਹਦੀ ਜੋਤ ਪਾਣੀ ਵਿੱਚ ਹੈ, ਜਿਹਦੀ ਜੋਤ ਹਵਾ ਵਿੱਚ ਹੈ, ਜਿਹਦੀ ਜੋਤ ਧਰਤੀ ਵਿੱਚ ਤੇ ਆਕਾਸ਼ ਵਿੱਚ ਹੈ। ਉਸ ਮਹਾ ਅਕਾਲ ਪੁਰਖ ਵਾਹਿਗੁਰੂ ਦੀ ਜਾਗਦੀ ਜੋਤ ਨੂੰ ਜਪਣਾ ਸ਼ੁਰੂ ਕਰ ਦਿਓ। ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਗੱਲ ਬਣ ਜਾਏਗੀ, ਜੀਵਨ ਸਫਲ ਹੋ ਜਾਏਗਾ, ਮਨੁੱਖਾ ਜੀਵਨ ਦੀ ਬਾਜੀ ਜਿੱਤ ਜਾਓਗੇ। ਹੁਣ ਸਿੱਖਾਂ ਨੇ ਪੁੱਛਿਆ, ਮਹਾਰਾਜ ਜਿਹੜੀ ਜਾਗਦੀ ਜੋਤ ਨੂੰ ਤੁਸੀਂ ਜਪਣ ਵਾਸਤੇ ਕਹਿੰਦੇ ਹੋ ਉਹਦਾ ਸਰੂਪ ਕੈਸਾ ਹੈ? ਤਾਂ ਹਜੂਰ ਇਸ ਸਵਈਏ ਵਿੱਚ ਇਹ ਦੱਸ ਰਹੇ ਨੇ ਉਹ ਸਰੂਪ ਕੀ ਹੈ, ਕਿੱਦਾਂ ਦਾ ਹੈ। ਸਾਧ ਸੰਗਤ ਜੀ, ਬਹੁਤ ਸੂਖਮ ਬਾਣੀ ਦੀ ਵਿਚਾਰ ਹੈ। ਇਸ ਕਰਕੇ ਆਪਣੀ ਸੁਰਤੀ ਨੂੰ ਹੋਰ ਸੂਖਮ ਕਰਨ ਵਾਸਤੇ ਨਾਮ ਅਭਿਆਸ ਸ਼ੁਰੂ ਕਰ ਦਿਓ। ਮਨ ਵਿੱਚ ਰਸਨਾ ਕਰਕੇ, ਸਵਾਸਾਂ ਕਰਕੇ, ਸੁਰਤੀ ਕਰਕੇ ਵਾਹਿਗੁਰੂ 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 ਜਪੀਏ। ਕੰਨਾਂ ਨਾਲ ਬਾਣੀ ਸੁਣੀਏ, ਕਥਾ ਵਿਚਾਰ। ਸਾਰੀ ਸੰਗਤ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵਾਜ਼ ਘੱਟ ਆਈ, ਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤ ਸदैव ਸਰੂਪ ਸਤ ਬ੍ਰਤ। ਮਹਾਰਾਜ ਕਹਿੰਦੇ ਉਹ ਪਰਮਾਤਮਾ ਸਦੀ ਵੀ ਸੱਚ ਹੈ। ਸਤ ਸदैव। ਖਾਲਸਾ ਜੀ, ਆਪਾਂ ਸੱਚ ਕੀ ਸਮਝਦੇ ਆ? ਆਪਣੀ ਜਿੰਨੀ ਕੁ ਬੁੱਧੀ ਆ ਆਪਾਂ ਸੱਚ ਦੇ ਉਨੇ ਕੀ ਅਰਥ ਕਰਦੇ ਆ। ਆਪਾਂ ਪਤਾ ਕੀ ਸੱਚ ਦੇ ਅਰਥ ਕਰਦੇ ਆ? ਬੋਲਣ ਵਾਲਾ ਸੱਚ। ਬਸ ਸਾਡੀ ਇੰਨੀ ਕੁ ਬੁੱਧੀ ਹੈ ਕਿ ਉਹ ਆਪਣੇ ਪੁੱਤਰ ਨੂੰ ਕਹੇਗਾ ਕਾਕਾ ਸੱਚ ਬਸ ਦੱਸੀ, ਸੱਚ ਸੱਚ ਬੋਲ। ਅਫਸਰ ਆਪਣੇ ਜੂਨੀਅਰ ਨੂੰ ਕਹਿ ਦੇਗਾ ਤੂੰ ਸੱਚ ਬੋਲ। ਘਰ ਵਾਲਾ ਘਰ ਵਾਲੀ ਨੂੰ ਕਹਿ ਦੇਗਾ ਸੱਚ ਬੋਲ। ਜਿਹੜੇ ਬੰਦੇ ਤੋਂ ਕੋਈ ਗੱਲ ਪੁੱਛਣੀ ਹੈ ਸੱਚ ਦੱਸ। ਅਗਲਾ 16.25 ਆਨੇ ਸੱਚ ਦੱਸ ਦਿੰਦਾ, ਫਿਰ ਵੀ ਸਾਡਾ ਵਿਸ਼ਵਾਸ ਕੋਈ ਨਹੀਂ ਬਣਦਾ ਵੀ ਇਹਨੇ ਸੱਚ ਦੱਸਿਆ ਕਿ ਨਹੀਂ ਦੱਸਿਆ। ਪਤਾ ਨਹੀਂ ਸੱਚ ਬੋਲਿਆ ਕਿ ਝੂਠ ਹੀ ਬੋਲ ਗਿਆ। ਖਾਲਸਾ ਜੀ, ਇਹ ਜਿਹੜਾ ਸੱਚ ਹੈ ਨਾ, ਇਹ ਸੱਚ ਥੱਲੇ ਵਾਲੀ ਗੱਲ ਹੈ, ਥੋੜੀ ਹੈ ਤਾਂ ਇਹ ਸੱਚ, ਪਰ ਇੰਨਾ ਹੀ ਸੱਚ ਨਹੀਂ ਹੁੰਦਾ। ਬੋਲਣ ਵਾਲਾ ਹੀ ਸੱਚ ਨਹੀਂ ਹੁੰਦਾ। ਸੱਚ ਬੜਾ ਮਹਾਨ ਤੇ ਵੱਡਾ ਤੇ ਉੱਚਾ ਹੈ। ਇਹਦਾ ਅਰਥ ਇਹ ਨਾ ਸਮਝ ਲੈਣਾ ਵੀ ਸੱਚ ਬੋਲਣਾ ਛੱਡ ਦੇਣਾ। ਸੱਚ ਬੋਲਣਾ ਬਹੁਤ ਜ਼ਰੂਰੀ ਹੈ। ਸੱਚ ਬੋਲਣ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ। ਪਰ ਜਿਹੜਾ ਬਾਣੀ 'ਚ ਸੱਚ ਆਇਆ ਨਾ, ਆਦਿ ਸੱਚ, ਜੁਗਾਦ ਸੱਚ,
है भी सच, नानक होसी भी सच, वो बड़ा महान वड्डा सच है। ਇਹਦਾ ਰਾਤੀ ਵੀ ਵਿਚਾਰ ਹੋਈ ਸੀ ਵੀ ਜੋ ਆਪਾਂ ਦੇਖ ਰਹੇ ਹਾਂ ਇਹ ਸਦੀਵੀ ਸੱਚ ਨਹੀਂ ਹੈ, ਇਹ ਬਨਾਵਟੀ ਹੈ। ਝੂਠੀਆਂ ਚੀਜ਼ਾਂ ਬਾਰੇ ਜੇ ਕੋਈ ਜਾਣਕਾਰੀ ਦੇ ਦਿਆਂਗੇ ਉਹ ਜਾਣਕਾਰੀ ਵੀ ਝੂਠੀ ਹੀ ਹੋਏਗੀ। ਆਖੋ ਸ੍ਰੀ ਵਾਹਿਗੁਰੂ। ਸੁਖਮ ਵਿਚਾਰ ਹੈ ਥੋੜੀ ਜਿਹੀ। ਅਸੀਂ ਕਿਸੇ ਚੀਜ਼ ਦੇ ਬਾਰੇ ਸੱਚੀ ਜਾਣਕਾਰੀ ਦੇ ਰਹੇ ਹਾਂ पर वो चीज झूठी है, बनावटी है, नाशवान है, खत्म होने वाली है, विनाशवान है। फिर उसकी जानकारी किवें सच्ची हो गई जदों सारा प्रपंच ही असत है, नाशवान है, बिनसन वाला है। धरती आकाश सब खत्म होने वाले ने, इन्हां दी जानकारी कदी सच्ची हो नहीं सकती। इसे करके अज जिहड़े साइंस की विद्या पढ़ते ने, विज्ञान पढ़ते हैं, भौतिक विज्ञान, उन्होंने पता है 40-50 साल बाद साइंसदानां की थ्योरी बदल जाती है। 50 साल पहला साइंसदान कुछ बोलते हैं, 50 साल बाद कहते नहीं अजे नवी होर खोज निकल आई है, वो गल नहीं है, गल कोई होर ही है। होर 50 साल लंघते हैं, फिर कहते नहीं ये भी नहीं, गल कुछ होर ही है। पिछली थ्योरी नूं रद्द करके नवी थ्योरी मननी पैंदी है। कारण जिहड़ी चीज बारे वो बोलते हैं वो चीज ही झूठी हुंदी है। धरत आकाश पताल है, चंद सूर बिनासी। बिनसन वाली चीज़ां ने, जिहड़ियां चीज़ां बिनसन वालियां ने वो झूठियां ने। जिहड़ी चीज नहीं बिनसन वाली वो सच्ची है, वो एक अकाल पुरख है। बाकी सब कुछ मिथ्या है। अवर सब किश सबर जान मिथ्या। मारे कहते बाकी सारा कुछ मिथ्या जान। एक स्वरूप सत है वाहिगुरु दा, और सਦੀवी सत है। सत सदैव। दुनिया की कोई चीज मेरे सामने लियाओ, तुसी कहो ये सच्ची है, पर कितना चਿਰ सच्ची है। इस टाइम तुहाडे सामने बैठा कथा कर रहा, तुसी सुन रहे हो। तुसी कहोगे यार सामने बंदा बैठा सच्चा सामने है, जिहड़ी चीज सामने सच है। पर स्वाद तां आवे जे इदां ही जुगां तक बैठा ही रहे। मन्नांगे ते तां ना, नहीं रहना। 10-20-50 साल नूं इह शरीर ने खत्म होना ही होना। किसी का भी शरीर नहीं रहा, कोई वस्तु संसार की धरती नहीं रहनी, तो बाकी की रहना। महाराज कहते वो अकाल पुरख सदा रहेगा, सदा रहेगा। आद सच जुगाद सच है भी सच, नानक होसी भी सत सदैव। सਦੀवी सत है, स्वरूप सत ब्रत। ओदा जिहड़ा स्वरूप है, स्वरूप दे साथ संगत जी बड़े डूंघे अर्थ ने। बाहरी तौर ते स्वरूप असी तस्वीर नूं, फोटो नूं, मूर्ति नूं, बंदे नूं कह दिंदे आ फलाणे दा स्वरूप है, पर असल इहदा अर्थ है स्वरूप। स्व मैंने अपना रूप। अपना रूप की है? अपना रूप आत्मा है। साडे अंदर वाहिगुरु दी जोत, वो अपना रूप है असल। वाहिगुरु अपने रूप विच प्रकाशमान है, सारी सृष्टि नूं प्रकाशित करने वाला है, और सत व्रत है। असी कई बारी व्रत रखे ने, मैं झूठ नहीं बोलांगा, पर फिर बोल लेंदे आ। मैं आ माड़ा काम नहीं करांगा, फिर कर लेंदे आ। कई चीज़ां दे असी व्रत कीते ने। कई बारी गुरुद्वारे मंदिर जाके मन बड़ा बंदे दा कहंदा भी आ गलत काम है, अज तो बाद नहीं करना। तोबा कीती। मुसलमान कहते तोबा करनी, गुनाहां तो पापां तो तोबा कर ली, बस अज तो बाद ये गुनाह नहीं करना, फिर हो जाता। आखो श्री वाहिगुरू।
ਸਾਡਾ ਵਰਤ ਸੱਚਾ ਨਹੀਂ, ਕੋਈ ਵੀ ਵਰਤ, ਪਰ ਉਸ ਵਾਹਿਗੁਰੂ ਦਾ ਵਰਤ ਸਤ ਵਰਤ ਹੈ, ਸਦੀਵ ਕਾਲ। ਜੋ ਉਹਨੇ ਕਰ ਦੇਣਾ ਬਣਾਇਆ ਹੋਇਆ ਕਾਨੂੰਨ, ਉਹ ਉਦਾਂ ਹੀ ਰਹਿਣਾ, ਉਹ ਬਦਲਿਆ ਨਹੀਂ ਜਾਣਾ। ਉਹਦਾ ਵਰਤ ਕੀ ਹੈ? ਸਭ ਤੋਂ ਵੱਡਾ ਉਹਦਾ ਵਰਤ ਹੈ ਸਾਰੀ ਦੁਨੀਆ ਨੂੰ ਰੋਜੀ ਦੇਣ ਦਾ। ਆਖੋ ਵਾਹਿਗੁਰੂ। ਬੰਦਾ ਇੱਕ ਦਿਨ ਦੇ ਦੇਗਾ, 2 ਦਿਨ ਦੇ ਦੇਗਾ, ਤੀਜੇ ਦਿਨ ਕਹਿੰਦਾ ਤੂੰ ਰੋਜ਼ ਦਾ ਹੀ ਕੰਮ ਬਣਾ ਲਿਆ, ਮੈਂ ਕੋਈ ਠੇਕਾ ਲਿਆ ਤੇਰਾ, ਚੱਲ ਪਰੇ। ਮਾਂ ਵੀ ਕਹਿ ਦਿੰਦੀ ਹੈ ਕਾਕਾ ਜੇ ਕੰਮ ਨਹੀਂ ਨਾ ਕਰਨਾ ਤੂੰ ਤੇ ਮੈਂ ਤੈਨੂੰ ਰੋਜ਼ ਕਿੱਥੋਂ ਮੰਨੀਆਂ ਪਕਾ ਕੇ ਦਿਆਂ, ਕੁਝ ਕਮਾ ਕੇ ਲਿਆਏਗਾ ਤਾਂ ਹੀ ਦਿਆਂਗੀ। ਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹਜ਼ਾਰਾਂ ਲੱਖਾਂ ਸਾਲਾਂ ਤੋਂ, ਕਰੋੜਾਂ ਅਰਬਾਂ ਖਰਬਾਂ ਸਾਲਾਂ ਤੋਂ ਇਸ ਧਰਤੀ ਦੇ ਜੀਵਾਂ ਨੂੰ ਪਾਲ ਰਿਹਾ ਹੈ, ਪਾਲੇਗਾ। ਮਹਾਰਾਜ ਕਹਿੰਦੇ ਸਾਡੇ ਔਗਣ ਗੁਨਾਹ ਗਲਤੀਆਂ ਦੇਖ ਕੇ ਵੀ ਨਾ ਨਹੀਂ ਕਰੇਗਾ। ਦੀਨ ਦਇਆਲ ਦਇਆਨਿਤ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਸਾਡੇ ਦੋਸ਼ਾਂ ਨੂੰ ਦੇਖਦਾ ਹੈ ਪਰ ਦੇਣ ਤੋਂ ਇਨਕਾਰ ਨਹੀਂ ਕਰਦਾ। ਸੋ ਐਸਾ ਵਾਹਿਗੁਰੂ ਸਤ ਵਰਤ ਹੈ। ਆਦ ਅਨਾਦ ਅਗਾਧ ਅਜੈ ਹੈ। ਆਦ ਹੈ, ਸਾਰਿਆਂ ਦਾ ਮੁੱਢ ਹੈ। ਖਾਲਸਾ ਜੀ, ਹਰ ਚੀਜ਼ ਦੀ ਸ਼ੁਰੂਆਤ ਹੁੰਦੀ ਹੈ, ਆਪਣੀ ਵੀ ਸ਼ੁਰੂਆਤ ਹੈ। ਸਾਡਾ ਸਰੀਰ ਮਾਤਾ ਪਿਤਾ ਤੋਂ ਪੈਦਾ ਹੋਇਆ। ਹਰ ਇੱਕ ਬੰਦੇ ਦੇ ਪਾਸਪੋਰਟ ਤੇ ਉਹਦਾ ਜਨਮ, ਉਹਦੀ ਜਨਮ ਦੀ ਡੇਟ ਲਿਖੀ ਹੋਈ ਹੈ, ਕਾਗਜ਼ਾਂ 'ਚ ਪੁੱਛੀ ਜਾਂਦੀ ਹੈ ਤੇ ਆਪਣਾ ਬਰਥਡੇ ਦੱਸੋ। ਆਦ ਹੈ ਕਿ ਨਹੀਂ ਹੈ ਸਾਡਾ? ਇਸ ਧਰਤੀ ਦਾ ਵੀ ਕੋਈ ਆਦ ਹੈ, ਇਸ ਬ੍ਰਹਮੰਡ ਦਾ ਵੀ ਕੋਈ ਆਦ ਹੈ, ਇਸ ਚੰਦ ਸੂਰਜ ਦਾ ਵੀ ਕੋਈ ਆਦ ਹੈ। ਇਹ ਸਾਰੀ ਕਾਇਨਾਤ ਕਿੱਥੋਂ ਸ਼ੁਰੂ ਹੋਈ ਹੈ? ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਤੋਂ, ਉਹ ਸਭ ਦਾ ਆਦ ਹੈ। ਆਦ ਸੱਚ ਹੈ, ਸਭ ਤੋਂ ਪਹਿਲੇ ਉਹ ਸੀ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਆਦ ਅਨਾਦ। ਹੁਣ ਆਦ ਤੋਂ ਬਾਅਦ ਅਨਾਦੀ ਕਿਉਂ ਲਿਖਿਆ? ਸਾਡਾ ਸਾਰਿਆਂ ਦਾ ਆਦ ਹੈ ਉਹ, ਪਰ ਉਹ ਆਪ ਅਨਾਦੀ ਹੈ। ਅਨਾਦੀ ਦਾ ਮਤਲਬ ਜਿਹਦਾ ਆਦ ਨਾ ਹੋਵੇ, ਅਨਾਦੀ। ਸਾਡਾ ਪਿਓ ਹੈ ਪਰ ਉਹਦਾ ਪਿਓ ਕੋਈ ਨਹੀਂ। ਸਾਡਾ ਉਹ ਪਿਓ ਹੈ, ਉਹਦਾ ਪਿਓ ਕੋਈ ਨਹੀਂ। ਸੰਸਾਰ ਦੇ ਵਿੱਚ ਹੁੰਦਾ ਅੰਨ੍ਹੋ ਅੰਨ੍ਹੇ ਆਸਰਾ, ਇਹ ਨਿਯਮ ਹੈ। ਸਾਡਾ ਕੋਈ ਪਿਓ ਹੈ, ਸਾਡੇ ਪਿਓ ਦਾ ਵੀ ਕੋਈ ਪਿਓ ਹੈ ਜਿਹਨੂੰ ਅਸੀਂ ਦਾਦਾ ਕਹਿੰਦੇ ਹਾਂ। ਦਾਦੇ ਦਾ ਵੀ ਕੋਈ ਪਿਓ ਹੈ ਜਿਹਨੂੰ ਅਸੀਂ ਪੜਦਾਦਾ ਕਹਿੰਦੇ ਹਾਂ। ਪੜਦਾਦੇ ਦਾ ਵੀ ਕੋਈ ਪਿਓ ਹੈ ਜਿਹਨੂੰ ਲਗੜਦਾਦਾ ਕਹਿੰਦੇ ਆ। ਚੱਲਦੀ ਰਹਿੰਦੀ ਹੈ ਪੀੜ੍ਹੀ ਦਰ ਪੀੜ੍ਹੀ, ਹਜ਼ਾਰਾਂ ਲੱਖਾਂ ਸਾਲ ਤੋਂ ਏਦਾਂ ਚੱਲ ਰਿਹਾ ਹੈ। ਪਰ ਸਭ ਤੋਂ ਪਹਿਲੇ ਕਾਲਪੁਰਖ ਵਾਹਿਗੁਰੂ ਸਭ ਦਾ ਪਿਓ ਹੈ। ਉਹਦਾ ਪਿਓ ਕੋਈ ਨਹੀਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਕਿਸੇ ਮਾਂ ਪਿਓ ਦੁਆਰਾ ਜਨਮ ਨਹੀਂ ਲੈਂਦਾ, ਥਾਪਿਆ ਨਹੀਂ ਜਾਂਦਾ, ਆਪਣੇ ਆਪ ਤੋਂ ਪੈਦਾ ਹੋਇਆ। ਸਿੱਧਾ ਨੇ ਪੁੱਛਿਆ ਤੁਹਾਡਾ ਪਰਮਾਤਮਾ ਕਿਵੇਂ ਪੈਦਾ ਹੋਇਆ? ਮਹਾਰਾਜ ਕਹਿੰਦੇ ਸੈ ਮੂਲ ਮੰਤਰ ਜਾਂਦਾ, ਪੜ੍ਹਦੇ ਆ ਰੋਜ਼। ਕੀ ਪੜ੍ਹਦੇ ਆ? ਸੈ ਭੰਗ। ਸੈ ਦਾ ਅਰਥ ਹੈ ਸਵਯੰ। ਸਵਯੰ ਮੈਨੇ ਆਪਣੇ ਆਪ ਤੋਂ, ਭੰਗ ਮੈਨੇ ਹੋ ਗਿਆ, ਆਪਣੇ ਆਪ ਤੋਂ ਹੀ ਪੈਦਾ ਹੋ ਗਿਆ, ਕਿਸੇ ਮਾਂ ਬਾਪ ਤੋਂ ਨਹੀਂ ਪੈਦਾ ਹੋਇਆ। ਮੂਲ ਮੰਤਰ ਜੋ ਸੈ ਭੰਗ ਪਾਣਾ ਹੁੰਦਾ ਨਾ, ਅਜੂਨੀ ਸੈ ਭੰਗ। ਅਜੂਨੀ ਦਾ ਮਤਲਬ ਹੈ ਜੂਨੀਆਂ 'ਚ ਨਹੀਂ ਆਉਂਦਾ। ਅਸੀਂ ਸਾਰੇ ਮਾਂ ਦੇ ਪੇਟ ਤੋਂ ਪੈਦਾ ਹੁੰਦੇ ਆ। 84 ਲੱਖ ਜੂਨੀਆਂ ਦਾ ਨਿਯਮ ਹੈ। ਉਹਦੀ ਮਾਂ ਕੋਈ ਨਹੀਂ, ਉਹ ਆਪਣੇ ਆਪ ਤੋਂ ਸੈ ਸਵਯੰ ਭੰਗ ਮੈਨੇ ਹੋ ਗਿਆ, ਆਪਣੇ ਆਪ ਤੋਂ ਹੀ ਪੈਦਾ ਹੋਇਆ। ਅਨਾਦ, ਅਨਾਦੀ ਹੈ, ਕੁਛ ਨਹੀਂ ਦੱਸਿਆ ਜਾ ਸਕਦਾ ਕਦੋਂ ਤੋਂ ਹੈ। ਕਿਆ ਕਰਤਾ ਸਿਰਥੀ ਕੋ ਸਾਜੇ, ਆਪੇ ਜਾਣੇ ਸੋਈ। ਉਹਦਾ ਜਨਮ ਨਹੀਂ ਹੋਇਆ, ਉਹਨੇ ਮਰਨਾ ਵੀ ਨਹੀਂ। ਅਗਾਧ ਅਜੈ ਹੈ। ਅਗਾਧ ਦਾ ਅਰਥ ਹੈ ਜਿਹੜਾ ਬਹੁਤ ਡੂੰਘਾ ਹੋਵੇ। ਜਿਵੇਂ ਸਮੁੰਦਰ ਡੂੰਘਾ ਹੈ, ਕਿੰਨਾ ਕੁ ਡੂੰਘਾ ਹੈ ਗਿਣਿਆ ਨਹੀਂ ਜਾ ਸਕਦਾ। ਕਿੱਥੇ ਜਾਵਾਂਗੇ ਅਸੀਂ ਉਹਦੀ ਗਹਿਰਾਈ ਵਿੱਚ? ਚਲੋ ਮਸ਼ੀਨਾਂ ਆ ਗਈਆਂ ਨੇ, ਸਾਇੰਸ ਤਰੱਕੀ ਕਰ ਗਈ ਹੈ। ਸਮੁੰਦਰ ਡੂੰਘਾ ਭਾਵੇਂ ਕੋਈ ਮਾਪ ਲਵੇ, ਰੱਬ ਦੀ ਡੂੰਘਾਈ ਨਹੀਂ ਮਾਪੀ
ਬਣਾਈ ਜਾਓ, ਉਹ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਵਿਸ਼ਾਲ ਨਜ਼ਰ ਆਉਂਦਾ ਹੈ। ਹਾਂਜੀ, ਅਜੈ ਕਹਿੰਦੇ ਜਿਸ ਨੂੰ ਜਿੱਤ ਨਾ ਸਕੇ, ਜਿਸ ਨੂੰ ਕੋਈ ਫਤਿਹ ਨਾ ਕਰ ਸਕੇ। ਅਜੈ ਦਾ ਦੂਸਰਾ ਅਰਥ ਹੈ ਜੋ ਕਿਸੇ ਦੁਆਰਾ ਜਾਇਆ ਨਹੀਂ ਗਿਆ, ਜਨਮ ਨਹੀਂ ਹੁੰਦਾ ਜਿਸ ਦਾ। ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਸਾਰਿਆਂ ਉੱਤੇ ਦਾਨ ਦੇਣ ਦਾ ਸੁਭਾਅ ਹੈ, ਸਭ ਨੂੰ ਦਾਨ ਦਿੰਦਾ ਰਿਜ਼ਕ ਸੰਭਾਹਾ ਹੈ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਸਭ ਨੂੰ ਦਾਨ ਦੇਣ ਵਾਲਾ, ਸਾਰਿਆਂ ਤੇ ਦਇਆ ਕਰਨ ਵਾਲਾ, ਔਰ ਸਾਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਦਾ ਦਮਨ ਕਰਨ ਵਾਲਾ। ਦਮ ਦਾ ਅਰਥ ਹੁੰਦਾ ਹੈ ਇੰਦਰੀਆਂ ਨੂੰ ਦਮਨ ਕਰਨ ਵਾਲਾ। ਇਹ ਬਹੁਤ ਸੂਖਮ ਵਿਸ਼ਾ ਹੈ ਖਾਲਸਾ ਜੀ, ਅਜੇ ਸਾਰਿਆਂ ਦੀ ਸਮਝ ਨਹੀਂ ਆਉਣਾ। ਅੰਦਰ ਬੈਠਾ ਹੋਇਆ ਰੱਬ ਸਾਡੀਆਂ ਗਿਆਨ ਇੰਦਰੀਆਂ ਦੁਆਰਾ ਬਾਹਰਲੇ ਪਦਾਰਥਾਂ ਨੂੰ ਦੇਖਦਾ ਹੈ, ਤੇ ਜੇ ਕਦੀ ਇਹਨਾਂ ਇੰਦਰੀਆਂ ਨੂੰ ਰੋਕਣਾ ਹੋਵੇ ਤਾਂ ਅੰਦਰੋਂ ਬੈਠਾ ਹੀ ਰੋਕ ਲੈਂਦਾ। ਅੱਖਾਂ ਦੇਖ ਰਹੀਆਂ ਨੇ, ਜੇ ਅੰਦਰੋਂ ਭਗਵਾਨ ਦੀ ਪ੍ਰੇਰਣਾ ਹੋਵੇ ਵੀ ਅੱਖਾਂ ਨੂੰ ਬੰਦ ਕਰ ਲੈ ਤੇ ਅੱਖਾਂ ਬੰਦ ਕਰ ਲੇਗਾ। ਜੇ ਬਾਹਰਲੀ ਆਵਾਜ਼ ਨੂੰ ਕੰਨ ਸੁਣ ਰਹੇ ਨੇ, ਅੰਦਰੋਂ ਪਰਮੇਸ਼ਰ ਪ੍ਰੇਰਣਾ ਕਰਦਾ ਵੀ ਨਹੀਂ ਸੁਣਨ ਦੀ ਲੋੜ, ਬੰਦ ਕਰ ਦਿਓ, ਇਹ ਆਵਾਜ਼ ਨਹੀਂ ਸੁਣਨੀ। ਕੰਨਾਂ ਨੂੰ ਉੱਥੇ ਕੰਟਰੋਲ ਕਰ ਲੇਗਾ। ਪੈਰ ਤੁਰੇ ਜਾ ਰਹੇ ਨੇ, ਅੰਦਰੋਂ ਆਵਾਜ਼ ਆਈ ਵੀ ਰਹਿਣ ਦੇ, ਥੱਕ ਗਏ ਆ, ਬਹਿ ਜਾ। ਉਹ ਪ੍ਰੇਰਣਾ ਕਰਕੇ ਉਹਨਾਂ ਦਮਨ ਕਰ ਲੇਗਾ। ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਰੋਕਣ ਨੂੰ ਦਮ ਕਹਿੰਦੇ ਆ। ਅੰਦਰ ਬੈਠਾ ਭਗਵਾਨ ਇਹਨਾਂ ਨੂੰ ਦਮਨ ਕਰਨ ਵਾਲਾ, ਰੋਕਣ ਵਾਲਾ ਵੀ ਹੈ, ਚਲਾਉਣ ਵਾਲਾ ਵੀ ਹੈ ਤੇ ਰੋਕਣ ਵਾਲਾ ਵੀ ਹੈ। ਦੇਖਣ ਦੀ ਸ਼ਕਤੀ ਵੀ ਉਹੀ ਪਾਈ ਬੈਠਾ ਅੱਖਾਂ ਵਿੱਚ, ਤੇ ਅੱਖਾਂ ਨੂੰ ਬੰਦ ਕਰਨ ਦੀ ਸ਼ਕਤੀ ਵੀ ਉਹਦੀ ਹੈ। ਕੰਨਾਂ 'ਚ ਸੁਣਨ ਦੀ ਸ਼ਕਤੀ ਵੀ ਉਹਦੀ ਹੈ, ਤੇ ਕੰਨਾਂ ਦੇ ਉੱਤੇ ਹੱਥ ਧਰ ਲੈਣ ਦੀ ਸ਼ਕਤੀ ਵੀ ਉਹਦੀ ਹੈ। ਇਹ ਪਾਤਸ਼ਾਹ ਅਕਾਲ ਪੁਰਖ ਸੰਜਮ ਦੇ ਨਾਲ ਇਹਨਾਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਨੂੰ ਕੰਟਰੋਲ ਕਰਦਾ ਹੈ। ਹਾਂਜੀ, ਔਰ ਨਿਯਮ ਦੇ ਨਾਲ ਸੰਸਾਰ ਨੂੰ ਚਲਾ ਰਿਹਾ। ਦੇਖੋ ਜਿਤਨਾ ਸੰਸਾਰ, ਚੰਦ ਸੂਰਜ ਗ੍ਰਹਿ ਤਾਰੇ ਚੱਲ ਰਹੇ ਨੇ, ਇਹ ਕਿਸੇ ਨਿਯਮ ਵਿੱਚ ਚੱਲ ਰਹੇ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਕਰੋੜਾਂ ਮੀਲ ਚੰਦਰਮਾ, ਸੂਰਜ, ਧਰਤੀ ਆਪਣੇ ਬ੍ਰਹਮੰਡ ਦੇ ਵਿੱਚ ਆਪਣੇ ਆਪਣੇ ਧੁਰੇ ਤੇ ਘੁੰਮਦੇ ਆ। ਇੱਕ ਨਿਯਮ ਹੈ, ਇਹ ਨਿਯਮ ਵੀ ਅਕਾਲ ਪੁਰਖ ਨੇ ਬਣਾਇਆ ਹੋਇਆ, ਇਹ ਨਿਯਮ ਪਰਮੇਸ਼ਰ ਆਪ ਬਣਿਆ ਹੋਇਆ ਹੈ। ਜਤ ਬ੍ਰਤ ਸੀਲ ਸੋ ਬ੍ਰਿਤ ਅਬੈ ਹੈ। ਜਤ ਬ੍ਰਤ, ਉਹ ਪ੍ਰਮਾਤਮਾ ਜਤੀਆਂ ਵਿੱਚ ਜਤੀ ਹੈ, ਬਰਤੀਆਂ ਵਿੱਚ ਬਰਤੀ ਹੈ। ਸੀਲ ਸੁਭਾਅ ਦਾ ਹੈ, ਔਰ ਉਹਦੀ ਬਿਰਤੀ ਬੜੀ ਨਿਰਮਲ ਹੈ, ਸੁਬਿਰਤ, ਸ੍ਰੇਸ਼ਟ ਬਿਰਤੀ ਵਾਲਾ ਹੈ। ਔਰ ਉਹ ਅਕਾਲ ਪੁਰਖ ਅਬੈ ਹੈ, ਹੁਣ ਵੀ ਹੈ। ਆਖੋ ਸ੍ਰੀ ਵਾਹਿਗੁਰੂ। ਕਈ ਵਾਰੀ ਕੀ ਹੁੰਦਾ ਜੇ, ਅਸੀਂ ਸਮਝਦੇ ਹਾਂ ਵੀ ਰੱਬ ਸ਼ਾਇਦ ਪਹਿਲੇ ਸੀ ਤੇ ਹੁਣ ਕੋਈ ਨਹੀਂ। ਜਿਵੇਂ ਕਹਿ ਦਿੰਦੇ ਨਾ, ਅਖੇ ਜੀ ਫਲਾਣੇ ਦੇਵੀ ਦੇਵਤੇ ਦੇ ਸਮੇਂ ਏਦਾਂ ਹੋਇਆ, ਫਲਾਣੇ ਰਾਜੇ ਦੇ ਸਮੇਂ ਏਦਾਂ ਹੋਇਆ, ਫਲਾਣੇ ਮਹਾਂਪੁਰਸ਼ ਦੇ ਸਮੇਂ ਏਦਾਂ ਹੋਇਆ। ਉਦੋਂ ਸੀਗਾ, ਹੁਣ ਉਹ ਨਹੀਂ ਨਜ਼ਰ ਆਉਂਦੇ ਦੇਵੀ ਦੇਵਤੇ, ਉਸ ਰਾਜੇ ਮਹਾਰਾਜੇ, ਉਹ ਮਹਾਂਪੁਰਸ਼, ਉਹ ਅਵਤਾਰ ਨਹੀਂ ਨਜ਼ਰ ਆਉਂਦੇ ਸਰੀਰ ਕਰਕੇ। ਆਪਾਂ ਫਿਰ ਉਹਨਾਂ ਨੂੰ ਭੂਤ ਕਾਲ ਵਿੱਚ ਹੀ ਗਿਣਦੇ ਆ ਨਾ, ਵੀ ਬੀਤ ਚੁੱਕੇ ਆ। ਪਰ ਰੱਬ ਜਿਹੜਾ ਹੈ ਨਾ, ਉਹਦੇ ਬਾਰੇ ਕੋਈ ਨਹੀਂ ਕਹਿ ਸਕਦਾ ਵੀ ਰੱਬ ਬੀਤ ਚੁੱਕਾ ਹੈ। ਬਾਕੀ ਸਭ ਸਮੇਂ ਸਮੇਂ ਅਨੁਸਾਰ ਮੂਰਤੀਆਂ ਲੋਪ ਹੋ ਗਈਆਂ, ਪਰ ਭਗਵਾਨ ਦੀ ਮੂਰਤੀ, ਪਰਮੇਸ਼ਰ ਦੀ ਮੂਰਤੀ ਅਬੈ ਹੈ, ਹੁਣ ਵੀ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹਾਂਜੀ, ਆਦ ਅਨੀਲ ਅਨਾਦ ਅਨਾਹਤ। ਉਹ ਵਾਹਿਗੁਰੂ ਸਾਰਿਆਂ ਦਾ ਆਦ ਹੈ, ਮੁੱਢ ਹੈ, ਸਾਰਿਆਂ ਦਾ ਪਿਓ ਹੈ। ਅਨੀਲ ਕਹਿੰਦੇ ਗਿਣਤੀ ਤੋਂ ਬਾਹਰ ਹੈ। ਸਾਧ ਸੰਗਤ ਜੀ, ਇੱਧਰ ਦੀ ਗਿਣਤੀ ਦਾ ਮੈਨੂੰ ਪਤਾ ਨਹੀਂ, ਸਾਡੇ ਇੰਡੀਆ ਦੀ ਗਿਣਤੀ ਕਰਦੇ ਇਕਾਈ, ਦਹਾਈ, ਸੈਂਕੜਾ, ਹਜ਼ਾਰ। ਇਕਾਈ ਇੱਕ ਨੂੰ, ਉਹਨੂੰ ਇੱਕ ਜ਼ੀਰੋ ਲੱਗ ਕੇ ਦਹਾਈ 10 ਬਣ ਗਿਆ। ਇੱਕ ਜ਼ੀਰੋ ਹੋਰ ਲਾ ਦਿਓ, ਸੈਂਕੜਾ। ਇੱਕ ਹੋਰ ਲਾ ਦਿਓ, ਹਜ਼ਾਰ। ਅੱਗੇ 10,000, ਲੱਖ, 10 ਲੱਖ, ਕਰੋੜ, 10 ਕਰੋੜ, ਅਰਬ, 10 ਅਰਬ, ਖਰਬ, 10 ਖਰਬ, ਨੀਲ, 10 ਨੀਲ। 10 ਨੀਲ ਤੋਂ ਅੱਗੇ
कहते भी गिणती बहुत हो गई, हुण गिणती बंद कर दे। ਉਹਦੇ ਅੱਗੇ ਕਹਿੰਦੇ ਅਨੀਲ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਅਨੀਲ ਪਦ ਬਾਣੀ 'ਚ ਬਹੁਤ ਵਾਰੀ ਆਇਆ, ਆਦ ਗੁਰੂ ਗ੍ਰੰਥ ਸਾਹਿਬ 'ਚ ਵੀ ਆਇਆ, ਦਸਮ ਗ੍ਰੰਥ ਸਾਹਿਬ 'ਚ ਵੀ ਆਇਆ। ਅਨੀਲ ਦਾ ਅਰਥ ਹੈ ਗਿਣਤੀ ਤੋਂ ਪਰੇ। ਪਰਮਾਤਮਾ ਗਿਣਤੀ ਤੋਂ ਪਰੇ ਹੈ, ਕਿਸੇ ਗਿਣਤੀ 'ਚ ਨਹੀਂ ਹੁੰਦਾ, ਕੋਈ ਗਿਣਤੀ ਕਰ ਹੀ ਨਹੀਂ ਸਕਦਾ ਉਹਦੀ। ਅਨਾਦ ਜਿਹੜਾ ਸਾਰਿਆਂ ਦਾ ਮੁੱਢ ਹੈ, ਅਨ ਆਦਿਕ ਜਿੰਨੀਆਂ ਸ਼ਕਤੀਆਂ ਸੰਸਾਰ ਵਿੱਚ ਹਨ ਉਹਨਾਂ ਦਾ ਵੀ ਮੁੱਢ ਹੈ। ਅਨਾਹਦ ਜਿਹੜਾ ਹੱਦ ਤੋਂ ਪਰੇ ਹੈ, ਜਿਹਦੇ ਦਰਬਾਰ 'ਚ ਬਿਨਾਂ ਵਜਾਇਆ ਵਾਜੇ ਵੱਜਦੇ ਨੇ, ਅਨਾਹਦ ਵਾਜੇ। ਅਨਾਹਦ ਪਦ ਦੇ ਦੋ ਅਰਥ ਨੇ, ਬਿਨਾਂ ਆਹਤ ਦੇ। ਆਹਤ ਸ਼ਬਦ ਹੁੰਦਾ ਜਿਵੇਂ ਮੈਂ ਹੱਥ ਤੇ ਹੱਥ ਮਾਰਿਆ ਤੇ ਆਵਾਜ਼ ਆਈ ਹੈ, ਨਗਾਰੇ ਤੇ ਚੋਟ ਮਾਰੋ ਆਵਾਜ਼ ਆਉਂਦੀ ਹੈ, ਢੋਲਕੀ ਤੇ ਹੱਥ ਮਾਰੋ ਆਵਾਜ਼ ਆਉਂਦੀ ਹੈ, ਤਬਲੇ ਤੇ ਉਂਗਲਾਂ ਮਾਰੋ ਆਵਾਜ਼ ਆਉਂਦੀ ਹੈ, ਬਾਜੇ ਦਾ ਹਾਰਮੋਨੀਅਮ ਦਾ ਪੱਖਾ ਮਾਰੋ ਤੇ ਉਹਦੇ 'ਚੋਂ ਆਵਾਜ਼ ਆਉਂਦੀ ਹੈ, ਬੰਸਰੀ ਦੇ ਵਿੱਚ ਹਵਾ ਮਾਰੋ, ਫੂਕ ਮਾਰੋ ਤੇ ਬੰਸਰੀ 'ਚੋਂ ਆਵਾਜ਼ ਆਉਂਦੀ ਹੈ। ਜਿੰਨੇ ਵਾਜੇ ਨੇ ਵਜਾਇਆ ਵੱਜਦੇ ਨੇ, ਆਖੋ ਵਾਹਿਗੁਰੂ। ਜਿੰਨੇ ਵਜਾਇਆ ਵਾਜੇ ਨੇ ਸਾਰੇ ਵਜਾਇਆ ਵੱਜਦੇ ਨੇ। ਆਹਤ ਕਹਿੰਦੇ ਚੋਟ ਮਾਰਨੀ, ਪਰ ਜਿਹੜਾ ਵਾਹਿਗੁਰੂ ਦਾ ਵਾਜਾ ਅਨਾਹਤ ਬਿਨਾਂ ਵਜਾਇਆ ਵੱਜਦਾ। ਵਾਜੇ ਅਨਹਦ ਸੂਰੇ, ਬਿਨਾਂ ਵਜਾਇਆ ਉਹਦਾ ਵਾਜਾ ਵੱਜਦਾ ਹੈ ਅਨਾਹਤ। ਤੇ ਅਨਾਹਤ ਦਾ ਦੂਸਰਾ ਸੰਪਰਦਾਇ ਗਿਆਨੀਆਂ ਨੇ ਅਰਥ ਕੀਤਾ ਅਨਹਦ। ਹੱਦ ਕਹਿੰਦੇ ਨੇ ਬਾਰਡਰ, ਸੀਮਾ। ਉਹ ਪਰਮਾਤਮਾ ਬਿਨਾਂ ਬਾਰਡਰ ਦੇ ਹੈ, ਬਿਨਾਂ ਹੱਦ ਦੇ ਹੈ, ਕੋਈ ਸੀਮਾ ਨਹੀਂ ਹੈ, ਬੇਹੱਦ ਹੀ ਪਰੇ ਤੋਂ ਪਰੇ। ਧਰਤੀ ਦੀ ਹੱਦ ਮੁੱਕਦੀ ਸਮੁੰਦਰ ਸ਼ੁਰੂ ਹੋ ਜਾਂਦਾ ਹੈ, ਸਮੁੰਦਰ ਦੀ ਹੱਦ ਮੁੱਕਦੀ ਹੈ ਆਕਾਸ਼ ਸ਼ੁਰੂ ਹੋ ਜਾਂਦਾ ਹੈ। ਹੁਣ ਆਕਾਸ਼ ਦਾ ਕੋਈ ਹੱਦ ਬੰਨਾ ਨਹੀਂ ਤੇ ਪਰਮਾਤਮਾ ਉਸ ਤੋਂ ਵੀ ਵੱਡਾ ਹੈ, ਇਸ ਕਰਕੇ ਕਹਿੰਦੇ ਆ ਉਹ ਅਨਾਹਤ ਹੈ। ਹਾਂਜੀ, ਆਪ ਅਨਵੈਖ ਅਭੇਖ ਅਭੈ ਹੈ। ਉਹ ਪਰਮਾਤਮਾ ਦਵੈਸ਼ ਤੋਂ ਰਹਿਤ ਹੈ, ਕਿਸੇ ਨਾਲ ਉਹਦੀ ਕੋਈ ਦਵੈਸ਼ ਨਹੀਂ। ਆਪਾਂ ਜਿੰਨੇ ਵੀ ਆ ਨਾ, ਜਿੰਨੇ ਮਰਜ਼ੀ ਗਿਆਨੀ ਧਿਆਨੀ ਬਣ ਜਾਈਏ, ਇੱਕ ਦੂਜੀ ਨਾਲ ਈਰਖਾ ਬਹੁਤ ਕਰਦੇ। ਬੰਦੇ ਦੀ ਬੰਦੇ ਨਾਲ ਈਰਖਾ ਹੈ, ਭਾਵੇਂ ਕੋਈ ਨਾ ਵੀ ਮਤਲਬ ਹੋਵੇ ਨਾ। ਤੇ ਕਈ ਤਾਂ ਮੈਨੂੰ ਇੱਥੋਂ ਤੱਕ ਬੰਦੇ ਮਿਲੇ ਇੰਗਲੈਂਡ ਦੇ ਵਿੱਚ, ਕਹਿੰਦੇ ਬਾਬਾ ਜੀ ਉਹ ਫਲਾਣਾ ਬੰਦਾ ਜਦੋਂ ਮੱਥਾ ਟੇਕਣ ਆਉਂਦਾ ਨਾ, ਮੈਨੂੰ ਅੱਗ ਲੱਗ ਜਾਂਦੀ। ਕਹਿੰਦਾ ਜੀ ਕਰਦਾ ਵੀ ਮੈਂ ਮੱਥਾ ਹੀ ਨਾ ਟੇਕਾਂ, ਮੈਂ ਜਾਂਦਾ ਹੀ ਨਹੀਂ ਕਹਿੰਦਾ ਗੁਰਦੁਆਰੇ। ਉਹ ਮੱਥਾ ਟੇਕਣ ਆ ਜਾਂਦਾ ਮੇਰੇ ਟਾਈਮ 'ਚ। ਗੁਰਦੁਆਰੇ ਆ ਕੇ ਵੀ ਮੋਢੇ ਨੂੰ ਮੋਢਾ ਮਾਰਨ ਦੀ ਆਦਤ ਹੈ ਲੋਕਾਂ ਨੂੰ, ਵੀ ਉਹ ਬੰਦਾ ਕਿਉਂ ਮੱਥਾ ਟੇਕੇ, ਮੇਰਾ ਹੀ ਕਬਜ਼ ਹੈ ਮੱਥਾ, ਮੈਂ ਹੀ ਟੇਕਣਾ। ਤੇ ਬਾਹਰ ਤੇ ਪਤਾ ਨਹੀਂ ਕੀ ਕਰਨਗੇ ਜਿਹੜੇ ਗੁਰਦੁਆਰੇ ਦੀ ਈਰਖਾ ਕਰੀ ਜਾਂਦੇ। ਆਖੋ ਸ੍ਰੀ ਵਾਹਿਗੁਰੂ। ਰੱਬ ਕਿਸੇ ਨਾਲ ਈਰਖਾ ਨਹੀਂ ਕਰਦਾ, ਦੂਸਰੀ ਜਾਤ ਦਾ ਹੋਵੇ, ਦੂਸਰੇ ਮਜ਼ਹਬ ਦਾ ਹੋਵੇ, ਦੂਸਰੀ ਕੌਮ ਦਾ ਹੋਵੇ, ਦੂਸਰੀ ਪਾਰਟੀ ਦਾ ਹੋਵੇ, ਸਾਡੀ ਈਰਖਾ ਇੱਥੋਂ ਤੱਕ ਵੀ ਸਾਡੇ ਤੋਂ ਦੂਸਰਾ ਹੋ। ਭਰਾ ਨੂੰ ਭਰਾ ਨਾਲ ਈਰਖਾ ਹੈ, ਇਹ ਦੂਜਾ ਭਰਾ ਮੇਰੇ ਤੋਂ ਅੱਗੇ ਕਿਉਂ ਲੰਘ ਰਿਹਾ, ਲੋਕ ਇਹਨੂੰ ਕਿਉਂ ਚੰਗਾ ਕਹਿੰਦੇ, ਮੈਨੂੰ ਕਿਉਂ ਨਹੀਂ ਕਹਿੰਦੇ। ਦੁਰਯੋਧਨ ਤੇ ਯੁਧਿਸ਼ਟਰ ਦੋਵੇਂ ਭਰਾ ਹੀ ਨੇ ਚਾਚੇ ਤਾਇਆਂ ਦੇ। ਯੁਧਿਸ਼ਟਰ ਦੀ ਸਿਫਤ ਹੁੰਦੀ ਹੈ, ਦੁਰਯੋਧਨ ਦੀ ਨਿੰਦਾ ਹੁੰਦੀ ਹੈ। ਦੁਰਯੋਧਨ ਈਰਖਾਲੂ ਹੈ। ਭਗਵਾਨ ਕ੍ਰਿਸ਼ਨ ਜੀ ਨੂੰ ਕਹਿਣ ਲੱਗਾ ਤੁਸੀਂ ਹਮੇਸ਼ਾ ਯੁਧਿਸ਼ਟਰ ਦਾ ਪੱਖ ਲੈਂਦੇ ਹੋ, ਉਹਨੂੰ ਚੰਗਾ ਕਹਿੰਦੇ ਹੋ, ਮੇਰੇ 'ਚ ਕੀ ਭੈੜ ਵੇਖੀ ਹੈ, ਮੇਰੇ 'ਚ ਕੀ ਔਗਣ ਵੇਖਿਆ, ਮੇਰੀ ਕੋਈ ਭੈੜ ਦੱਸੋ, ਮੇਰਾ ਕੋਈ ਔਗਣ ਦੱਸੋ। ਭਗਵਾਨ ਕਹਿਣ ਲੱਗੇ ਕੋਈ ਨਹੀਂ, ਸਮਾਂ ਆਵੇਗਾ ਦੱਸਾਂਗੇ। ਕਹਿੰਦਾ ਨਹੀਂ, ਮੈਨੂੰ ਸਾਬਤ ਕਰਿਆ ਜੀ। ਕਹਿੰਦੇ ਕੋਈ ਗੱਲ ਨਹੀਂ। ਇੱਕ ਦਿਨ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਦੁਰਯੋਧਨ ਇੱਕ ਕੰਮ ਕਰ, ਤੂੰ ਨਾ ਸ਼ਹਿਰ ਵਿੱਚੋਂ ਕੋਈ ਭਲਾ ਬੰਦਾ ਲੱਭ ਕੇ ਲਿਆ, ਭਲਾ ਬੰਦਾ, ਚੰਗਾ ਬੰਦਾ। ਦੁਰਯੋਧਨ ਚਲਾ ਗਿਆ। ਯੁਧਿਸ਼ਟਰ ਨੂੰ ਕਹਿੰਦੇ ਤੂੰ ਵੀ ਕੰਮ ਕਰ, ਕੋਈ ਭੈੜਾ ਬੰਦਾ ਲੱਭ ਕੇ ਲਿਆ ਸ਼ਹਿਰ ਵਿੱਚੋਂ। ਯੁਧਿਸ਼ਟਰ ਸਾਰਾ ਦਿਨ ਘੁੰਮਦਾ ਰਿਹਾ, ਦੁਰਯੋਧਨ ਸਾਰਾ ਦਿਨ ਘੁੰਮਦਾ ਰਿਹਾ, ਦੋਵੇਂ ਸ਼ਾਮ ਨੂੰ ਖਾਲੀ ਆ ਗਏ। ਭਗਵਾਨ ਪੁੱਛਦੇ ਨੇ ਹਾਂ ਬਈ ਤੁਹਾਨੂੰ ਕੰਮ ਕਿਹਾ ਸੀ ਬੰਦੇ ਲੱਭ ਕੇ ਲਿਆਉਣ ਦਾ, ਲਿਆਂਦਾ? ਹਾਂ ਵੀ ਦੁਰਯੋਧਨ
ਕੋਈ ਭਲਾ ਬੰਦਾ ਲੱਭਾ? ਦੁਰਯੋਧਨ ਕਹਿੰਦਾ ਮਹਾਰਾਜ ਸਾਰਾ ਸ਼ਹਿਰ ਵੇਖਿਆ, ਭਲਾ ਬੰਦਾ ਨਹੀਂ ਮੈਨੂੰ ਮਿਲਿਆ ਕੋਈ, ਮੈਨੂੰ ਨਹੀਂ ਕੋਈ ਚੰਗਾ ਬੰਦਾ ਮਿਲਿਆ। ਯੁਧਿਸ਼ਟਰ ਨੂੰ ਭਗਵਾਨ ਪੁੱਛਦੇ ਨੇ ਤੂੰ ਦੱਸ ਕੋਈ ਭੈੜਾ ਬੰਦਾ ਲੈਣ ਗਿਆ ਸੀ, ਭੈੜਾ ਬੰਦਾ ਮਿਲਿਆ? ਕਹਿੰਦਾ ਮਹਾਰਾਜ ਸਾਰਿਆਂ ਤੋਂ ਭੈੜਾ ਮੈਂ ਹੀ ਆ, ਮੇਰੇ ਤੋਂ ਭੈੜਾ ਮੈਂ ਕਿਹਨੂੰ ਕਵਾਂ, ਭੈੜਾ ਨਹੀਂ ਚੰਗੇ ਹੀ ਨੇ, ਮੈਂ ਭੈੜਾ ਆ। ਤੇ ਦੁਰਯੋਧਨ ਕਹਿੰਦਾ ਮੈਂ ਸਾਰਿਆਂ ਤੋਂ ਚੰਗਾ, ਬਾਕੀ ਭੈੜੇ ਨੇ। ਉਹਨੂੰ ਭਲਾ ਨਹੀਂ ਲੱਭਾ, ਉਹਨੂੰ ਬੁਰਾ ਨਹੀਂ ਲੱਭਾ। ਭਾਈ ਸਾਹਿਬ ਗੁਰਦਾਸ ਜੀ ਇਹ ਗੱਲ ਆਪਣੀ ਬਾਣੀ 'ਚ ਲਿਖ ਕੇ, ਭਲਾ ਨਾ ਕੋਏ ਬੁਰਾ ਨਾ ਕੋਏ ਯੁਧਿਸ਼ਟਰ ਹੈ, युधिष्ठिर लिए कोई बुरा नहीं। दुर्योधन को भला न पेखै, दुर्योधन को कोई भला नहीं नजर आता। सुखिए को पेखै सब सुखिया, रोगी कै भाणै सब रोगी। खालसा जी जे सानू किसी दूजे वाल देख के साड़ा हुंदा तां ये साडे अंदर दी बीमारी है, ये साडे अंदर दा रोग है। अरदास करो सच्चे पातशाह किरपा कर रोग कटिया जावे, ये सारी दुनिया मैनू अपने भरा नजर आउण, ये तेरा रूप नजर आवे। धन भाई कन्हैया साहब जी सन जिन्हां दी निगाह विच वैरी भी मित्र सन, उन्हां नूं भी पानी पियाई गए। खालसा जी अकाल पुरख दा जो गुण है, अकाल पुरख अद्वैत है, किसे नाल द्वेष नहीं करदा, किसे नाल ईर्खा नहीं करदा। अभेख अभै है और परमात्मा कोई खास लिबास नहीं पाउंदा। साडे लोग समझदे ने इंसान दे विच इदां दी सोच बनी हुई है। मुसलमानां नूं पुछो अल्लाह, वो कहणगे साडे वर्गा ही होना, साडे तरह ही मुच्छां मुन्नियां होणगीਆਂ, दाढ़ी रखी होएगी, टोपी पाई होएगी। मौलवी साहब नूं इदां लगदा होना भी शायद खुदा दा लिबास ਇਹ। हिंदू ਨੂੰ ਪੁੱਛੋ ਰੱਬ ਭਗਵਾਨ, ਉਹਨੇ ਰੱਬ ਦੀ ਮੂਰਤੀ ਉਦਾਂ ਦੀ ਬਣਾਈ ਹੋਣੀ ਹੈ ਜਿੱਦਾਂ ਦੀ ਉਹਦੀ ਆਪਣੀ ਹੈ। ਤੇ ਸਿੱਖ ਵੀ ਇਦਾਂ ਹੀ ਸੋਚੀ ਬੈਠੇ ਆ ਵੀ ਰੱਬ ਸਾਡੇ ਵਰਗਾ ਹੀ ਹੈ। ਔਰ ਮੈਂ ਕਈ ਵਾਰੀ ਵਿਚਾਰ ਕਰਦਾ ਹੁੰਦਾ ਵੀ ਜਿਹੜਾ ਸੱਚਖੰਡ ਦੀ ਰਜਿਸਟਰੀ ਹੈ ਸਾਰਿਆਂ ਨੇ ਵੱਖਰੀ ਵੱਖਰੀ ਕਰਾਈ ਹੋਈ ਹੈ। ਮੁਸਲਮਾਨ ਕਹਿੰਦੇ ਵੀ ਸੱਚਖੰਡ ਵਿੱਚ ਜੰਨਤ ਵਿੱਚ ਅੱਲਾਹ ਤਾਲਾ ਦੇ ਕੋਲ ਸਿਰਫ ਅਸੀਂ ਜਾਣਾ ਜੇ, ਬਾਕੀ ਸਾਰੇ ਦੋਜ਼ਖ ਵਿੱਚ ਛੱਡ ਗਏ। ਹਿੰਦੂਆਂ ਨੂੰ ਪੁੱਛੋ ਤੇ ਉਹ ਕਹਿੰਦੇ ਭਗਵਾਨ ਦੇ ਕੋਲ ਸਾਡਾ ਹੀ ਉੱਥੇ ਪਲਾਟ ਜਿਹੜਾ ਨਾ ਬੁੱਕ ਕਰਾਇਆ ਹੋਇਆ, ਅਸੀਂ ਜਾਣਾ ਭਗਵਾਨ ਕੋਲ। ਤੇ ਸਿੱਖ ਕਹਿੰਦੇ ਵੀ ਸੱਚਖੰਡ ਦੂਜਾ ਕਿਵੇਂ ਵੜ ਜੇ, ਖਾਲਸੇ ਦਾ ਹੀ ਕਬਜ਼ਾ ਹੋਣਾ। ਪਰ ਖਾਲਸਾ ਜੀ ਇਹ ਦਾਅਵਿਆਂ ਨਾਲ ਨਹੀਂ ਗੱਲ ਬਣਨੀ ਜੇ। ਖਾਲਸਾ ਬਣ ਜਾਈਏ, ਮਹਾਰਾਜ ਕਿਰਪਾ ਕਰ ਦੇਣ, ਲੈ ਜਾਣ ਬਾਹੋਂ ਫੜ ਕੇ, ਉਹਨਾਂ ਦੀ ਬਖਸ਼ਿਸ਼ ਹੈ। ਪਰ ਏਦਾਂ ਦਾਅਵਿਆਂ ਨਾਲ ਨਹੀਂ ਕੁਝ ਬਣਦਾ। ਰੱਬ ਜਿਹੜਾ ਇਹਨਾਂ ਰੂਪਾਂ ਰੇਖਾ ਰੰਗਾਂ ਤੋਂ ਉੱਪਰ ਹੈ, ਔਰ ਇੱਕ ਰੂਪ ਆਦ ਆਪ ਅਦਵੈਤ ਅਭੇਖ, ਭੇਖਾਂ ਤੋਂ ਰਹਿਤ ਹੈ। ਅਭੈ ਹੈ, ਅਭੈ ਦਾ ਅਰਥ ਹੈ ਭੈ ਤੋਂ ਰਹਿਤ ਹੈ, ਨਿਰਭਉ ਹੈ। ਅਸੀਂ ਸਾਰੇ ਕਿਸੇ ਨਾ ਕਿਸੇ ਤੋਂ ਡਰਦੇ ਹਾਂ। ਕੁਦਰਤ ਦਾ ਇੱਕ ਨਿਯਮ ਹੈ ਕਿ ਚੂਹਾ ਬਿੱਲੀ ਤੋਂ ਡਰਦਾ, ਬਿੱਲੀ ਕੁੱਤੇ ਤੋਂ ਡਰਦੀ, ਛਾਲ ਮਾਰ ਕੇ ਕੰਧ ਤੇ ਚੜ੍ਹਦੀ ਕੁੱਤੇ ਨੂੰ ਵੇਖ ਕੇ। ਤੇ ਕੁੱਤਾ ਡੰਡੇ ਤੋਂ ਡਰਦਾ, ਇਹ ਡੰਡਾ ਜਿਹੜਾ ਲਈ ਫਿਰਦਾ ਇਹ ਮੇਰੀ ਲੱਕ 'ਚ ਮਾਰੇਗਾ। ਤੇ ਡੰਡਾ ਅੱਗ ਤੋਂ ਡਰਦਾ ਵੀ ਮੈਨੂੰ ਸਾੜ ਦੇਗੀ। ਅੱਗ ਪਾਣੀ ਤੋਂ ਡਰਦੀ ਹੈ, ਮੈਨੂੰ ਬੁਝਾ ਦੇਗਾ। ਪਾਣੀ ਹਵਾ ਤੋਂ ਡਰਦਾ, ਬੱਦਲ ਬਣਿਆ ਉੱਡਦਾ ਫਿਰਦਾ ਤੇ ਹਵਾ ਉਸ ਅਕਾਲ ਪੁਰਖ ਦੇ ਭੈ ਵਿੱਚ ਹੈ। ਪਰ ਅਕਾਲ ਪੁਰਖ ਤੇ ਕਿਸੇ ਦਾ ਭੈ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। डर पै धरते आकाश नक्षत्रा सिर ऊपर अमर करारा, पौड़ पानी पै संतर डर पै इंद्र विचारा। ये सब देवी देवते डरते ने, चंद सूरज डरते ने, धरती आसमान डरते ने, वो नहीं डरता। एका निरभौ बात सुनी, एक गल सुनी अकाल पुरख निरभौ है। निरभौ जपै सगल भौ मिटै, जिहड़ा उस निरभौ नूं जपेगा वो भी निरभौ हो जाएगा। प्रभ की शरण सगल भै लाथे, दुख बिन से सुख पाया। हाँ जी। रूप अरूप अरेख जरार्दन। वाहिगुरु रूप वाला भी है ते रूप तो रहत अरूप भी है। रूप वाला किवें है? आ जिन्ना रूप दिस रहा ओदा ही है। आखो वाहिगुरु।
ये विश्व संसार तुम देख दे, ये हर का रूप है। गुरु अमरदास साहब के बचन ने आ जिन्ना रूप दुनिया च देख रहे हो, ये फुल्लां दा रूप, ये फलां दा रूप, ये इस्त्रियां दा रूप, ये पुरुषां दा रूप, ये पहाड़ां दरियावां दा जिन्ना रूप है, ये ओदा ही रूप है। कीड़ी तो लैके हाथी तक ओदा ही रूप है, मच्छर तो लैके गरड़ तक ओदा ही रूप है। सारे रूपां विच वरत रहा है। कोई रूप ऐसा नहीं जिहड़ा रब तो वखरा होवे। 10वें पातशाह लिखते ने, कहूँ फूल हवै कै भली भांत फूले, कहूँ भंवर हवै कै भली भांत भूले। किते फुल बनिया ते किते वाहिगुरु भौरा बनिया। फुल भी आप है, भौरा भी आप, सारा उहदा ही रूप है। ते अरूप, अरूप का मतलब है भी कोई रूप नहीं है, जोत है वो, खास रूप ਉਹਦਾ कोई नहीं। भी यह कह दो भी यह रब का रूप है तो आ नहीं, इदा नहीं, सारा ही रब का रूप है, पर रब का अपना कोई रूप नहीं। अरूपे अनूपे, वो रूप से अनूप उपरे की खेड है। रूप अरूप अरेख जनार्दन, अरेख कहते रेख तो रहत है। देखा पशुओं के पंछियों के सारिया के कर्मां दी रेखा पईयां होईयां ने, हथ के उत्ते रेखा पईयां होईयां ने। वाहिगुरू के हाथ की रेखा कोई नहीं पढ़ सकता, किड्डा मर्जी ज्योतिषी बनया फिरे, रब दी गल्लां रब ही जानदा है। अरेख है, कोई रेख नहीं है। जरार्दन का अर्थ है, जरा नाम है बुढ़े बुढ़ेपे का। बुढ़ेपा सारिਆਂ ਤੇ ਆਉਣਾ ਜੇ, ਸਾਡੇ ਸਾਰਿਆਂ ਤੇ, पर वाहिगुरू ते बुढ़ेपा नहीं आउणा। रब बुढ़ा नहीं हुंदा, सदा ही जवान है, सदा ही नौतन है। तेरे बंके लोएण दंतरी साला, सोहणे नक जिन लंबड़े वाला। वो परमात्मा बुढ़ेपे दा वैरी है, अर्दन नाम वैरी दा है, बुढ़ेपे नूं कट्टण वाला है। वो बुढ़ेपे तो दूर है, बुढ़ेपा ਉਹਦੇ नेड़े नहीं आउंदा, सदा ही वो प्रकाश रूप है। सतगुरु गुरु अर्जन देव जी के बचन ने, ना ये बूढ़ा ना ये बाला, ना इस दुख नहीं जम जाला, ना ये बढ़ा ना घटता जाए, वो अविनाशी रहा समाए। अविनाशी है, ना बुढ़ा होंदा ना जवान, इन्हां सारियां गल्लां तो ऊपर है। दीन दयाल कृपाल भये है, और दीना ते दया करनी ओदा सब तो वड्डा सुभाव है, जिन्हां दा संसार च कोई नहीं, उन्हां दा वो मित्र है। आखो वाहिगुरू। जिसका ना है कोई हाँ, तिसका प्रभु सोए हाँ। जिहदा कोई नहीं ओदा वो बनदा। संसार दे विच साध संगत जी, संसारी रिश्तेदार सज्जन मित्र उन्ना चिर साथ निभाते हैं जिन्ना चिर खाण पीण नूं साडे कोल भी होवे। जिस दिन साडे कोल मुक गया उन्होंने भी फतेह बुला देनी है। ते चिच्चर पहनण खावणे, तिच्चर रखण गंढ, जिन्ना चिर पहनण खाण नूं दई जाओ, चाह पानी पियाई जाओ। आए गए नूं पुछो भाई साहब जी की छकोगे, फल छकोगे, फ्रूट छकोगे, बड़े खुश होंदे आ। फलाने सिंह दे घर गए, बड़ी सेवा की। जदों बेचारे दे घर ना कुछ होवे ते जाइए ते हुण उहदे घर ते अपने कोई नहीं, तुहानूं की छकावे, ते पिछों गालां कढदे, कहदे उहदे घर गए चाह भी नहीं पियाई। जिच्चर पहनण खावणे, तिच्चर रखण गंढ, गुरु ग्रंथ साहिब महाराज दे बचन। जित दिन कछू ना होवई, जिस दिन कुछ ना होया तिस दिन बोलण गंद गालां कढण लै पैंदे। जे ते रखड़ी ले आई हुई ननाण नूं भरजाई सूट दे देवे, फिर ननाण कहती भरजाई बड़ी चंगी है, बड़ी चंगी साडी भरजाई। ते जे किते बेचारे कोल ना गल बने ते फिर ਉਹਦੇ ਪੇਕਿਆਂ ਨੂੰ ਪੁੱਟਦੀ ਹੈ ਵੀ ਉਹਦੀ ਤੇ ਮਾਪੇ ਮਰ ਜਾਣ, ਇਹੋ ਜੀ ਚੰਦਰੀ ਆਈ ਹੈ ਜਦੋਂ ਦੀ ਮੇਰੇ ਭਰਾ ਦੇ ਘਰ ਆਈ ਹੈ, ਸਾਡਾ ਤੇ ਘਰ ਹੀ ਉਜਾੜ ਛੱਡੇ, ਪੇਕਿਆਂ ਦਾ ਘਰ ਹੀ ਨਹੀਂ ਰਹਿਣ ਦਿੱਤਾ।
ਜਿਚਰ ਪਹਿਨਣ ਖਾਵਣੇ ਤਿਚਰ ਰਖਣ ਗੰਢ ਜਿਤ ਦਿਨ ਕਛੂ ਨ ਹੋਵਈ ਜਿਸ ਦਿਨ ਕੁਝ ਨਾ ਹੋਇਆ ਤਿਸ ਦਿਨ ਬੋਲਣ ਗੰਢ ਗਾਲਾਂ ਕੱਢਣਾ ਪੈਂਦੇ। ਮਹਾਰਾਜ ਕਹਿੰਦੇ ਸੰਸਾਰ ਦੀ ਇੱਕ ਖੇਡ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹਨਾਂ ਦਾ ਮਦਦਗਾਰ ਹੈ ਜਿਨ੍ਹਾਂ ਕੋਲ ਕੱਖ ਵੀ ਨਹੀਂ, ਕੱਖ ਨਹੀਂ। ਉਹਨਾਂ ਦੇ ਨਾਲ ਹੈ ਦੀਨ ਦਿਆਲ ਕਿਰਪਾਲ ਭਏ ਹੈ। ਉਹ ਦੀਨਾਂ ਦੇ ਦਇਆ ਕਰਨ ਵਾਲਾ ਕਿਰਪਾਲੂ ਦਾ ਸੁਭਾਅ ਹੈ। ਜਾ ਕੋ ਮੁਸ਼ਕਲ ਅੱਤ ਬਣੇ ਧੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖੜੇ। ਜਿਹਦੇ ਤੇ ਮੁਸ਼ਕਲ ਪੈ ਜਾਏ ਦੁਸ਼ਮਣ ਬਣ ਜੀ ਸਾਰੀ ਦੁਨੀਆ, ਕੋਈ ਸੱਜਣ ਮਿੱਤਰ ਨਾ ਰਵੇ ਸਾਖ ਭੱਜ ਜਾਣ ਸਾਰੇ। ਸਾਖ ਵੀ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਚਿਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੈ ਨ ਤਤੀ ਵਾਓ। ਸਾਹਿਬ ਨਿਤਾਣਿਆ ਕਾ ਤਾਣ, ਉਹ ਨਿਮਾਣਿਆਂ ਨਿਤਾਣਿਆਂ ਦਾ ਓਟ ਆਸਰਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨੂੰ ਦੀਨ ਦਿਆਲ ਕਿਰਪਾਲ ਭਏ ਹੈ। ਕਹਿੰਦੇ ਮੇਰਾ ਵਾਹਿਗੁਰੂ ਦੀਨਾਂ ਤੇ ਦਇਆ ਕਰਨ ਵਾਲਾ ਹੈ, ਕਿਰਪਾਲੂ ਹੈ, ਸਰੀਵ ਕਾਲ ਪ੍ਰਕਾਸ਼ ਰੂਪ ਹੈ। ਇਹ ਭਜਨ ਸੁਣਾ ਰਹੇ ਸਾਧ ਸੰਗਤ ਜੀ। ਅਗਲੇ ਪ੍ਰਕਰਣ ਨੂੰ ਸਰਵ ਕਰਾਂਗੇ। ਸਮਾਂ ਇਜਾਜ਼ਤ ਦੇ ਦਿੰਦਾ ਆਓ ਆਦ ਅਨੀਲ ਅਨਾਦ ਅਨਾਹਦ ਆਪ ਅਦਵੈਤ ਅਭੇਖ ਅਭੈ ਰੂਪ ਅਰੂਪ ਅਰੇਖ ਜਰਾਰਦਨ ਦੀਨ ਦਇਆਲ ਕਿਰਪਾਲ ਭਏ ਹੈ।